ਸੈਂਟਰ ਸਰਕਾਰ ਨੇ ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਮਨਫੀ ਕਰ ਦਿੱਤਾ, ਜਿਸ ਕਰਕੇ ਪੂਰੇ ਪੰਜਾਬੀ ਭਾਈਚਾਰੇ ਦੇ ਵਿੱਚ ਇਸ ਗੱਲ ਦਾ ਰੋਸ ਆ ਕਿ ਆਖਿਰ ਕਿਉਂ ਵਜ੍ਹਾ ਹੈਗੀ। ਔਰ ਉਸ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਨੂੰ ਲੱਗਾ ਕਿ ਨਹੀਂ, ਸਾਡੀ ਸੈਂਟਰ ਦੇ ਵਿੱਚ ਭਾਈਵਾਲ ਸਰਕਾਰ ਆ ਤੇ ਸਾਡਾ ਵੀ ਫਰਜ਼ ਬਣਦਾ, ਜ਼ਿੰਮੇਵਾਰੀ ਬਣਦੀ ਕਿ ਸੈਂਟਰ ਸਰਕਾਰ ਦੇ ਨਾਲ ਰਾਬਤਾ ਕੀਤਾ ਜਾਵੇ। ਉਹ ਵੱਖਰੀ ਗੱਲ ਆ ਕਿਉਂਕਿ ਰਾਜਨੀਤਿਕ ਇਸ਼ੂ ਆ, ਲੇਕਿਨ ਪੰਜਾਬੀਆਂ ਨੂੰ ਚਿੰਤਾ ਕਰਨੀ ਇਹ ਚਾਹੀਦੀ ਕਿ ਕੀ ਦੂਜੇ ਸੂਬਿਆਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਮਨਫੀ ਕੀਤਾ ਜਾ ਰਿਹਾ। ਹਰਿਆਣੇ ਦੇ ਵਿੱਚ ਕਦੀ ਤਾਮਿਲ ਨੂੰ ਦਰਜਾ ਦਿੱਤਾ ਜਾਂਦਾ ਤੇ ਕਦੀ ਹੋਰ ਭਾਸ਼ਾ ਨੂੰ ਦਰਜਾ ਦਿੱਤਾ। ਲੇਕਿਨ ਨਾਲ ਦੀ ਨਾਲ ਅਸੀਂ ਅੱਜ ਪੰਜਾਬ ਦੇ ਵਿੱਚ ਵੀ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਜਿੱਥੇ ਮਾਂ ਬੋਲੀ ਆ ਉਹ ਵੀ ਗੋਲੀ ਬਣਾ ਕੇ ਰੱਖੀ ਗਈ ਹੈ। ਇਸ ਬਾਬਤ ਸਾਡੇ ਨਾਲ ਅੱਜ ਬਹੁਤ ਹੀ ਸ਼ਖਸੀਅਤ ਨੇ, ਸੁਸ਼ੀਲ ਦਸਾਂਝ ਜੀ, ਜਿਹੜੇ ਸਾਹਿਤਕਾਰ ਵੀ ਨੇ ਤੇ ਖੁਦ ਇੱਕ ਸਾਹਿਤਕ ਮੈਗਜ਼ੀਨ ਹੁਣ ਵੀ ਚਲਾਉਂਦੇ ਨੇ ਤੇ ਉਹਨਾਂ ਦੇ ਸੰਪਾਦਕ ਨੇ। ਭਾਈ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜਗਤਾਰ ਜੀ, ਤੇ ਸਾਰੇ ਜਿਹੜੇ ਸਰੋਤੇ ਨੇ, ਦਰਸ਼ਕ ਨੇ, ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਮੇਰਾ ਪਹਿਲਾ ਸਵਾਲ ਹੈ ਕਿ ਲੋਕੀ ਕਹਿ ਰਹੇ ਕਿ ਤੁਸੀਂ ਚਿੰਤਾ ਕਰਨੀ ਇਹ ਨਾ ਕਰੋ ਕਿ ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਮਨਫੀ ਕੀਤਾ ਗਿਆ ਗਾ, ਚਿੰਤਾ ਇਹ ਕਰੋ ਕਿ ਪੰਜਾਬ ਦੇ ਵਿੱਚ ਵੀ ਪੰਜਾਬੀ ਨੂੰ ਜੋ ਦਰਜਾ ਮਿਲਣਾ ਚਾਹੀਦਾ ਹੈਗਾ ਉਹ ਨਹੀਂ ਮਿਲਿਆ। ਦੇਖੋ, ਚਿੰਤਾ ਲਾਜ਼ਮੀ ਤੌਰ ਦੇ ਉੱਤੇ ਜਦੋਂ ਤੁਸੀਂ ਜ਼ੁਬਾਨ ਦੀ ਗੱਲ ਕਰਦੇ ਹੋ, ਤਾਂ ਜ਼ੁਬਾਨ ਜਿਹੜੀ ਤੁਹਾਡੀ ਹੈ, ਤੁਹਾਡੀ ਮਾਂ ਬੋਲੀ ਹੈ, ਤੁਹਾਡੀ ਮਾਂ ਭਾਸ਼ਾ ਹੈ, ਉਹ ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋ ਤੇ ਚਿੰਤਾ, ਚਾਹੇ ਤੁਸੀਂ ਪੰਜਾਬ 'ਚ ਰਹਿੰਦੇ ਹੋ ਤੇ ਚਾਹੇ ਲੋਕ ਜਿਹੜੇ ਕੈਨੇਡਾ ਦੇ ਵਿੱਚ ਇੱਕ ਵੱਖਰਾ ਪੰਜਾਬ ਬਣਾ ਕੇ ਬੈਠੇ ਨੇ, ਜਾਂ ਜਿਹੜੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਜਿੱਥੇ ਪੰਜਾਬੀ ਭਾਈਚਾਰੇ ਰਹਿੰਦੇ ਨੇ, ਜੇ ਉੱਥੇ ਪੰਜਾਬੀ ਜ਼ੁਬਾਨ 'ਤੇ ਕੋਈ ਸੰਕਟ ਆਉਂਦਾ ਤਾਂ ਚਿੰਤਾ ਲਾਜ਼ਮੀ ਹੈ। ਸਵਾਲ ਸਿਰਫ ਇਹ ਹੈ ਕਿ ਇਸ ਚਿੰਤਾ ਨੂੰ ਚਿੰਤਨ ਵੱਲ ਲੈ ਕੇ ਜਾਣਾ ਜਾਂ ਸੌੜੀ ਕਿਸਮ ਦੀ ਸਿਆਸਤ ਵੱਲ ਲੈ ਕੇ ਜਾਣਾ, ਕਿਉਂਕਿ ਭਾਸ਼ਾਵਾਂ ਦਾ ਜਿਹੜਾ ਮਸਲਾ ਹੈ ਉਹ ਬਹੁਤ ਸਿੱਧਾ ਮਸਲਾ ਨਹੀਂ ਹੈ। ਭਾਸ਼ਾਵਾਂ ਸਾਨੂੰ ਇਹ ਲੱਗਦਾ, ਜਾਂ ਬੋਲੀਆਂ ਸਾਨੂੰ ਇਹ ਲੱਗਦਾ ਹੈ ਕਿ ਜਦੋਂ ਕਿਸੇ ਇੱਕ ਖਿੱਤੇ ਦੀ ਖਾਸ ਤੌਰ 'ਤੇ ਜਿਹੜੀ ਭਾਸ਼ਾ ਆ ਉਹਦੇ 'ਚ ਜਦੋਂ ਸੰਕਟ ਆਉਂਦਾ ਹੈ, ਸਾਨੂੰ ਲੱਗਦਾ ਹੈ ਕਿ ਅੱਜ ਸਾਡੇ 'ਤੇ ਸੰਕਟ ਨਹੀਂ ਆ। ਮਸਲਨ ਜੇ ਪੰਜਾਬੀ ਭਾਈਚਾਰੇ ਜਿਹੜੇ ਹੈਗੇ ਪੰਜਾਬ ਦੇ ਵਿੱਚ ਜਿਹੜੇ ਰਹਿੰਦੇ ਆ, ਜਿਹੜੇ ਲੋਕ ਪੰਜਾਬੀ ਨਹੀਂ ਬੋਲਦੇ, ਪੰਜਾਬ 'ਚ ਰਹਿ ਕੇ ਵੀ ਜਿਹੜੇ ਨਹੀਂ ਬੋਲਦੇ, ਉਹਨਾਂ ਨੂੰ ਲੱਗਦਾ ਸਾਡੇ ਲਈ ਕੋਈ ਸੰਕਟ ਨਹੀਂ ਹੈ। ਪਰ ਆਉਣ ਵਾਲਾ ਸਮਾਂ ਜਿਹੜਾ ਆ, ਜੇ ਤੁਹਾਡੀ ਜ਼ੁਬਾਨ ਖਤਰੇ 'ਚ ਪੈ ਜਾਂਦੀ ਹੈ ਜਾਂ ਜ਼ੁਬਾਨ ਤੁਹਾਡੇ ਤੋਂ ਖੋਹ ਲਈ ਜਾਂਦੀ ਹੈ, ਤਾਂ ਫਿਰ ਤੁਹਾਡੇ ਰੁਜ਼ਗਾਰ 'ਤੇ ਵੀ ਅਸਰ ਪੈਣਾ ਆ, ਤੁਹਾਡਾ ਜਿਹੜਾ ਸੱਭਿਆਚਾਰ ਉਹਦੇ 'ਤੇ ਵੀ ਅਸਰ ਪੈਣਾ ਆ। ਰਸੂਲ ਹਮਜ਼ਾ ਤੋਬ, ਰਸ਼ੀਆ ਦੇ ਬਹੁਤ ਵੱਡੇ, ਮੇਰਾ ਦਾਗਿਸਤਾਨ ਨਾਂ ਦੀ ਇੱਕ ਕਿਤਾਬ ਜਿਹੜੀ ਉਹਨਾਂ ਨੇ ਤੁਸੀਂ ਪੜ੍ਹੀ ਹੋਣੀ ਆ, ਉਹਨਾਂ ਨੇ ਆਪਣੀ ਕਿਤਾਬ 'ਚ ਗੱਲ ਕਹੀ ਸੀ ਕਿ ਜੇ ਕਿਸੇ ਵੀ ਵਿਅਕਤੀ ਦੀ ਜਿਹੜੀ ਰੁਜ਼ਗਾਰ ਜਾਂ ਵਿਅਕਤੀ ਦੀ ਜਿਹੜੀ ਉਹਦੀ ਹੋਂਦ ਹੈ ਉਹਨੂੰ ਖ਼ਤਮ ਕਰਨਾ, ਤਾਂ ਸਭ ਤੋਂ ਪਹਿਲਾਂ ਉਹਦੀ ਜ਼ੁਬਾਨ ਖੋਲ੍ਹੋ। ਸੋ ਚਾਹੇ ਜੰਮੂ ਕਸ਼ਮੀਰ ਦਾ ਮਸਲਾ, ਚਾਹੇ ਹਰਿਆਣਾ ਦਾ ਮਸਲਾ ਆ, ਜਾਂ ਭਾਰਤ ਦੇ ਕਿਸੇ ਵੀ ਹਿੱਸੇ ਦੇ ਵਿੱਚ ਪੰਜਾਬੀ ਭਾਸ਼ਾ ਦਾ ਮਸਲਾ, ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਜੇ ਕਿਤੇ ਇੱਦਾਂ ਦੀ ਸਥਿਤੀ ਬਣਦੀ ਹੈ ਤਾਂ ਚਿੰਤਾ ਲਾਜ਼ਮੀ ਹੈ। ਸਵਾਲ ਸਿਰਫ ਇਹ ਹੈ ਕਿ ਉਹਨੂੰ ਸਿਆਸਤ ਕਿੱਦਾਂ ਲੈਂਦੀ ਹੈ। ਜੀ, ਜਿਸ ਤਰ੍ਹਾਂ ਕਿਉਂਕਿ ਪੰਜਾਬ ਦੇ ਵਿੱਚ ਕਹਿ ਰਹੇ ਕਿ ਕਿਉਂਕਿ ਪੰਜਾਬੀ ਭਾਸ਼ਾ ਦੇ ਆਧਾਰ 'ਤੇ, ਮਾਂ ਬੋਲੀ ਦੇ ਆਧਾਰ 'ਤੇ ਸੂਬੇ ਬਣੇ ਸੀ, ਪਰ ਅੱਜ ਵੀ ਲੋਕ ਇੱਥੇ ਪੰਜਾਬ ਦੇ ਵਿੱਚ ਬਹੁਤ ਜਿਹੜੇ ਲੋਕ ਨੇ ਆਪਣੀ ਜਿਹੜੀ ਮਾਂ ਬੋਲੀ ਆ ਉਹ ਪੰਜਾਬੀ ਦੇ ਬਜਾਏ ਹਿੰਦੀ ਲਿਖਾਉਂਦੇ ਨੇ। ਇਹ ਅਸਲ ਦੇ ਵਿੱਚ ਜਦੋਂ ਪੰਜਾਬ ਬਹੁਤ ਵੱਡਾ ਪੰਜਾਬ ਸੀ, ਤੁਹਾਨੂੰ ਪਤਾ ਹੈ ਕਿ ਅਫਗਾਨਿਸਤਾਨ ਤੱਕ ਜਾ ਕੇ ਪੰਜਾਬ ਲੱਗਦਾ ਸੀ। 1947 ਦੀ ਵੰਡ ਤੋਂ ਪਹਿਲਾਂ ਇੱਕ ਪੂਰੀ ਦਾ ਪੂਰਾ ਮੁਲਕ ਸੀ ਜਿਹਨੂੰ ਇੱਕ ਬਹੁਤ ਸਾਜ਼ਿਸ਼ਾਨਾ ਤਰੀਕੇ ਦੇ ਨਾਲ ਟੋਟਾ ਕੀਤਾ ਗਿਆ। ਪਰ ਜਦੋਂ ਪੰਜਾਬੀ ਸੂਬੇ ਦੀ ਗੱਲ ਚੱਲਦੀ ਹੈ, ਜਦੋਂ ਪੰਜਾਬ ਤੋਂ ਹਰਿਆਣਾ ਵੱਖ ਕੀਤਾ ਜਾਂਦਾ ਜਾਂ ਹਿਮਾਚਲ ਵੱਖ ਕੀਤਾ ਜਾਂਦਾ ਹੈ, ਉਦੋਂ ਹੀ ਭਾਸ਼ਾ ਦੀ ਇੱਕ ਸੌੜੀ ਸਿਆਸਤ ਵੀ ਖੇਡੀ ਜਾਂਦੀ ਹੈ। ਇਹਦਾ ਮਸਲਾ ਵੀ ਸਿੱਧਾ ਤੌਰ 'ਤੇ ਜੰਮੂ ਕਸ਼ਮੀਰ ਦਾ ਜਦੋਂ ਆਪਾਂ ਗੱਲ ਕਰਾਂਗੇ ਉਹ ਜੁੜਿਆ ਹੋਇਆ। ਤੁਹਾਨੂੰ ਮੈਂ ਦੱਸਦਾ ਕਿ ਜੰਮੂ ਕਸ਼ਮੀਰ ਦਾ ਮਸਲਾ ਵੀ ਕੀ ਹੈ, ਇਹਦੇ ਨਾਲ ਹੀ ਗੱਲ ਆ ਜਾਏਗੀ ਵੀ ਜਦੋਂ ਪੰਜਾਬ ਤੋਂ ਤੋੜ ਕੇ ਹਰਿਆਣਾ ਬਣਾਇਆ ਗਿਆ, ਹਿਮਾਚਲ ਬਣਾਇਆ ਗਿਆ, ਹਰਿਆਣੇ ਦੀ ਭਾਸ਼ਾ ਜਿਹੜੀ ਹੈ ਉਦੋਂ ਡੋਗਰੀ ਰੱਖ ਦਿੱਤੀ ਗਈ। ਡੋਗਰੀ ਪੰਜਾਬੀ ਹੋਈ ਹੈ, ਡੋਗਰੀ ਪੰਜਾਬੀ ਦੀ ਉਪ ਬੋਲੀ ਹੈ ਨਾ, ਉਪ ਭਾਸ਼ਾ ਹੈ, ਉਪ ਬੋਲੀ ਹੈ, ਡੋਗਰੀ ਪੰਜਾਬੀ ਹੈ। ਪਰ ਸਾਜ਼ਿਸ਼ ਕੀ ਹੋਈ? ਸਾਜ਼ਿਸ਼ ਇਹ ਹੋਈ ਕਿ ਉਹਦੀ ਜਿਹੜੀ ਲਿਪੀ ਉਹ ਦੇਵਨਾਗਰੀ ਕਰ ਦਿੱਤੀ ਗਈ। ਇਹੀ ਮਸਲਾ ਹੁਣ ਜੰਮੂ ਕਸ਼ਮੀਰ ਦੇ ਵਿੱਚ ਹੈ। ਦੇਵਨਾਗਰੀ ਸਕ੍ਰਿਪਟ ਜਿਹੜੀ ਆ ਉਹ ਹਿੰਦੀ ਦੀ ਸਕ੍ਰਿਪਟ ਹੈ ਨਾ, ਇਹੀ ਮਸਲਾ ਜੰਮੂ ਕਸ਼ਮੀਰ ਦੇ ਵਿੱਚ ਹੈ। ਹੁਣ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਨਵਾਂ ਲੈਂਗੁਏਜ ਐਕਟ ਆਇਆ, ਉਹਦੇ 'ਚ ਪੰਜਾਬੀ ਤਾਂ ਬਿਲਕੁਲ ਵੱਖ ਕਰ ਦਿੱਤੀ ਗਈ, ਹਿੰਦੀ ਉਹਦੇ ਸ਼ਾਮਲ ਕਰ ਦਿੱਤੀ ਗਈ, ਪਰ ਡੋਗਰੀ ਰੱਖੀ ਗਈ ਹੈ। ਪਰ ਡੋਗਰੀ ਨੂੰ ਪੜ੍ਹਾਉਣਾ ਦੇਵਨਾਗਰੀ ਲਿਪੀ ਦੇ ਵਿੱਚ ਹੈ, ਤਾਂ ਜੋ ਉਹਦਾ ਹੌਲੀ ਹੌਲੀ ਹਿੰਦੀਕਰਨ ਹੋ ਜਾਵੇ, ਜਿੱਦਾਂ ਹਿਮਾਚਲ 'ਚ ਹੋਇਆ। ਸੋ ਇਹ ਸਾਜ਼ਿਸ਼ ਹੈ ਪੂਰੀ ਦੀ ਪੂਰੀ ਕਿ ਤੁਸੀਂ ਕਿਸੇ ਜ਼ੁਬਾਨ ਨੂੰ ਹੌਲੀ ਹੌਲੀ ਮਾਰਨਾ ਕਿੱਦਾਂ ਹੈ। ਪੰਜਾਬ ਦੇ ਵਿੱਚ ਵੀ ਜਿਹੜਾ ਮਸਲਾ ਹੈ, ਪੰਜਾਬ ਦੇ ਵਿੱਚ ਦੋ ਤਰ੍ਹਾਂ ਦੇ ਮਸਲੇ ਨੇ। ਇੱਕ ਸਰਕਾਰ ਦੇ ਪੱਧਰ 'ਤੇ ਜਿਹੜੀ ਸਾਡਾ ਸੰਕਟ ਹੈ, ਆਪਣੀ ਹੀ ਜਨਮ ਭੂਮੀ, ਆਪਣੀ ਕਰਮ ਭੂਮੀ 'ਤੇ ਪੰਜਾਬੀ ਲਈ ਲੋਕ ਕਿਉਂ ਲੜ ਰਹੇ ਨੇ, ਜਾਂ ਬੁੱਧੀਜੀਵੀ ਚਿੰਤਕ ਕਿਉਂ ਲੜ ਰਹੇ ਨੇ। ਇੱਕ ਤਾਂ ਸਰਕਾਰ ਦਾ ਮਸਲਾ ਹੈ, ਸਰਕਾਰ ਦੀ ਭਾਸ਼ਾ ਪੰਜਾਬੀ ਨਹੀਂ। ਦੂਜਾ ਸੋ ਕਾਰਡ ਜਿਹੜੇ ਅਖੌਤੀ ਕਿਸਮ ਦੇ ਵਿਦਵਾਨ ਹੈ, ਜਿਨ੍ਹਾਂ ਨੇ ਸੰਸਕ੍ਰਿਤ ਜਿਹੜੀ ਹੈ ਔਖੇ ਹੋ ਕੇ ਪੰਜਾਬੀ ਦੇ ਵਿੱਚ ਵਾੜੀ ਹੋਈ ਹੈ, ਉਹ ਮਸਲਾ ਹੈ। ਇਹਨੂੰ ਕਿੱਦਾਂ ਮੁਖਾਤਬ ਹੋਣਾ ਹੈ,
ਇਹ ਪੰਜਾਬੀ ਦੇ ਹਰ ਚਿੰਤਨਸ਼ੀਲ ਵਿਅਕਤੀ ਦਾ ਫਰਜ਼ ਹੈ, ਚਾਹੇ ਉਹ ਜੰਮੂ ਕਸ਼ਮੀਰ ਦੇ ਮਸਲੇ 'ਤੇ ਗੱਲ ਕਰ ਰਹੇ ਹਾਂ ਜਾਂ ਕਿਤੇ ਵੀ ਮਸਲੇ 'ਤੇ ਆਪਾਂ ਗੱਲ ਕਰ ਰਹੇ ਹਾਂ। ਪੰਜਾਬ ਦੇ ਵਿੱਚ ਜਿਹੜਾ ਮਸਲਾ ਆ ਉਹਦੇ 'ਚ ਕੇਵਲ ਲੜਾਈ ਜਿਹੜੀ ਆ ਬੁੱਧੀਜੀਵੀਆਂ ਜਾਂ ਚਿੰਤਕਾਂ ਦੀ ਨਹੀਂ ਹੈ, ਅਸਲ ਦੇ ਵਿੱਚ ਲੜਾਈ ਲੋਕਾਂ ਦੀ ਹੈ ਇਹ, ਕਿਉਂਕਿ ਲੋਕ ਜ਼ੁਬਾਨ 'ਤੇ ਹਮਲਾ ਹੋ ਰਿਹਾ। ਬਾਕੀ ਗੱਲਾਂ ਜਿਹੜੀਆਂ ਆ ਵੀ ਇਹਦੇ ਨਾਲ ਜੁੜੀਆਂ ਹੋਰ ਚੀਜ਼ਾਂ ਕੀ ਕੀ ਨੇ, ਇਹਦੇ ਪਿੱਛੇ ਸਿਆਸਤ ਹੋਰ ਕੀ ਕੀ ਹੈ, ਜਦੋਂ ਉਹਦੀ ਪਰਤ ਦਰ ਪਰਤ ਆਪਾਂ ਖੋਲਾਂਗੇ ਤਾਂ ਆਪਾਂ ਨੂੰ ਪਤਾ ਲੱਗੇਗਾ ਕਿ ਅਸਲ ਦੇ ਵਿੱਚ ਇਹਦੀ ਕਹਾਣੀ ਕੀ ਹੈ। ਲੱਗਦਾ ਕਿ ਹੁਣ ਜਿਹੜਾ ਜੰਮੂ ਕਸ਼ਮੀਰ ਦੇ ਭਾਸ਼ਾ ਨੂੰ ਫਿਰ ਜਿਸ ਦਾ ਪੰਜਾਬ ਦੇ ਵਿੱਚ ਹੀ, ਕਿਉਂਕਿ ਇਹ ਵੀ ਬਦਕਿਸਮਤੀ ਧਰਮ ਦੇ ਨਾਲ ਜੋੜ ਦਿੱਤਾ ਕਿ ਜੇ ਸਿੱਖ ਵਾ ਉਹਦੀ ਭਾਸ਼ਾ ਪੰਜਾਬੀ ਹੈਗੀ, ਤੇ ਅੱਜ ਵੀ ਉਹ ਵੇਖਣ ਨੂੰ ਮਿਲ ਰਿਹਾ ਕਿ ਜੰਮੂ ਕਸ਼ਮੀਰ 'ਚ ਜਿਹੜਾ ਪ੍ਰੋਟੈਸਟ ਕਰਨੇ ਉਹਦੇ 'ਚ ਬਹੁਤੇ ਜਿਹੜੇ ਲੋਕ ਆ ਉਹ ਸਿੱਖ ਭਾਈਚਾਰਾ ਹੈਗਾ, ਬਾਕੀ ਭਾਈਚਾਰਾ ਨਹੀਂ ਹੈ। ਇਹੀ ਅਸਲ 'ਚ ਅਸੀਂ ਕਹਿਣਾ ਚਾਹੁੰਦੇ ਹਾਂ, ਉੱਥੇ ਕੀਤਾ ਵੀ ਇਸ ਢੰਗ ਨਾਲ ਗਿਆ ਉਹਨਾਂ ਨੇ। ਹੁਣ ਦੇਖੋ ਉਹਦੇ 'ਚ ਪੰਜਾਬੀ ਦੀ ਗੱਲ ਤਾਂ ਆਪਾਂ ਕਰ ਰਹੇ ਹਾਂ, ਅਸਲ 'ਚ ਕੇਵਲ ਪੰਜਾਬੀ ਦਾ ਮਸਲਾ ਨਹੀਂ ਹੈ, ਉੱਥੇ ਉਰਦੂ ਦੇ ਉੱਤੇ ਵੀ ਹਮਲਾ ਹੈ, ਉੱਥੇ ਜਿਹੜੀ ਉਹਨਾਂ ਦੀ ਆਪਣੀ ਭਾਸ਼ਾ ਆ ਕਸ਼ਮੀਰੀ ਉਹਦੇ ਉੱਤੇ ਵੀ ਹਮਲਾ ਹੈ। ਹੁਣ ਜੰਮੂ ਕਸ਼ਮੀਰ ਦੇ ਵਿੱਚ 69 ਅਖਬਾਰਾਂ ਉਰਦੂ ਦੀਆਂ ਨਿਕਲਦੀਆਂ ਤੇ 31 ਅਖਬਾਰਾਂ ਕਸ਼ਮੀਰੀ ਦੀਆਂ ਨਿਕਲਦੀਆਂ। ਹੁਣ ਕੀ ਹੋਣਾ ਹੈ ਜਦੋਂ ਹਿੰਦੀ ਉੱਥੇ ਬੋਲਣ ਵਾਲਾ ਕੋਈ ਨਹੀਂ ਹੈ। ਤੁਸੀਂ ਜਾ ਕੇ ਦੇਖ ਲਓ, ਪੰਜਾਬੀ ਤਾਂ ਬਹੁਤ ਵੱਡਾ ਭਾਈਚਾਰਾ ਹਾਲੇ ਵੀ ਉੱਥੇ ਹੈਗਾ, ਤੇ ਉੱਥੇ ਹੋਣਾ ਕੀ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ, ਜਿੱਦਾਂ ਪੰਜਾਬ ਦੇ ਵਿੱਚ ਵੀ ਹੋਇਆ, ਉੱਥੇ ਹੁਣ ਹਿੰਦੀ ਦੀਆਂ ਅਖਬਾਰਾਂ ਜਾਣਗੀਆਂ, ਹਿੰਦੀ ਦੀਆਂ ਅਖਬਾਰਾਂ ਜਾਣਗੀਆਂ, ਹੌਲੀ ਹੌਲੀ ਹਿੰਦੀ ਦੀਆਂ ਅਖਬਾਰਾਂ ਦੇ ਰਾਹੀਂ, ਤੇ ਡੋਗਰੀ ਵੀ ਜਿਹੜੀ ਆ ਦੇਵਨਾਗਰੀ ਲਿਪੀ ਦੇ ਰਾਹੀਂ ਲੋਕਾਂ ਤੱਕ ਜਾਏਗੀ। ਸੋ ਹਿੰਦੀਕਰਨ ਹੁੰਦਾ ਹੌਲੀ ਹੌਲੀ ਜਿਹੜੀ ਇੱਕ ਸਟੇਟ ਦੀ, ਜਿਹੜੀ ਸਾਡੀ ਨੈਸ਼ਨਲ ਸਟੇਟ ਦੀ ਇੱਕ ਸਮਝਦਾਰੀ ਹੈ ਵੀ ਜਿੱਦਾਂ ਪਹਿਲਾਂ ਧਾਰਾ 370 ਤੋਂ ਹਟਾਈ ਗਈ, 35A ਹਟਾ ਦਿੱਤੀ ਗਈ, ਤੇ ਹੁਣ ਉਹਨਾਂ ਦੀ ਜ਼ੁਬਾਨ 'ਤੇ ਹਮਲਾ ਕਰਕੇ ਜਿਹੜੀ 131 ਸਾਲਾਂ ਤੋਂ ਉਰਦੂ ਜਿਹੜੀ ਉੱਥੇ, ਉਹ ਤੋਂ ਪਹਿਲਾਂ ਫਾਰਸੀ ਸੀ, ਮਹਾਰਾਜਾ ਰਣਜੀਤ ਸਿੰਘ ਵੇਲੇ ਉੱਥੇ ਫਾਰਸੀ ਸੀ, 131 ਸਾਲਾਂ ਤੋਂ ਉਰਦੂ ਉੱਥੋਂ ਦੀ ਸਰਕਾਰੀ ਜ਼ੁਬਾਨ ਹੈ ਤੇ ਕਸ਼ਮੀਰੀ ਉਹਨਾਂ ਦੀ ਜ਼ੁਬਾਨ ਹੈ। ਹੁਣ ਉਹਨਾਂ ਦੀ ਅਖਬਾਰਾਂ ਵੀ ਹੌਲੀ ਹੌਲੀ ਜਿਹੜੀਆਂ, ਜਿੱਦਾਂ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਦੀਆਂ ਅਖਬਾਰਾਂ ਦੀ ਗਿਣਤੀ ਦੇਖ ਲਓ, ਤੇ ਜਿਹੜੀਆਂ ਨਵੀਆਂ ਹਿੰਦੀ ਦੀਆਂ ਅਖਬਾਰਾਂ ਆਈਆਂ ਉਹਨਾਂ ਦੀ ਗਿਣਤੀ ਦੇਖ ਲਓ, ਤੁਹਾਨੂੰ ਪਤਾ ਲੱਗ ਜਾਏਗਾ ਕਿ ਆਪਣੇ ਪੰਜਾਬ ਦੇ ਵਿੱਚ ਵੀ ਕਿੰਨੀ ਜ਼ਿਆਦਾ ਹਿੰਦੀ ਦੀ ਅਖਬਾਰ ਪੜ੍ਹੀ ਜਾ ਰਹੀ ਹੈ ਤੇ ਕਿੰਨੀ ਘੱਟ ਜਿਹੜੀ ਆ ਲਗਾਤਾਰ ਹੋਈ ਆ ਪੰਜਾਬੀ ਦੀ ਅਖਬਾਰ। ਉਹ ਵੀ 2-3 ਵੱਡੀਆਂ ਅਖਬਾਰਾਂ ਨੇ। ਈਵਨ ਸਾਡਾ ਇੱਕ ਵੱਡਾ ਅਦਾਰਾ ਜਿਹੜੀਆਂ 3 ਭਾਸ਼ਾਵਾਂ ਦੀ ਅਖਬਾਰ ਕੱਢ ਰਿਹਾ, ਉਹਦਾ ਜਿਹੜਾ ਪੰਜਾਬੀ ਵਾਲਾ ਜਿਹੜਾ ਹਿੱਸਾ ਹੈ ਉਹ ਡੁੱਬਣ ਦੇ ਕਿਨਾਰੇ ਇਸ ਵੇਲੇ ਸਥਿਤੀ ਇਹ ਬਣ ਚੁੱਕੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਾਊਂਟ ਕਰਨੀਆਂ ਬਣਦੀਆਂ, ਇਹਨੂੰ ਦੇਖਣਾ ਬਣਦਾ ਹੈ ਕਿ ਇਹਦੇ ਪਿੱਛੇ ਅਸਲ ਸਾਜ਼ਿਸ਼ ਕੀ ਹੈ। ਹਰਿਆਣੇ 'ਚ ਵੀ ਇਹੀ ਕੁਝ ਕੀਤਾ ਗਿਆ। ਤੁਸੀਂ ਤੇਲਗੂ ਦਾ ਜ਼ਿਕਰ ਕੀਤਾ, ਕਦੇ ਤਾਮਿਲ ਨੂੰ ਦੂਜੀ ਭਾਸ਼ਾ ਬਣਾ ਦਿੱਤਾ ਗਿਆ। ਤਾਮਿਲ ਕੌਣ ਬੋਲਦਾ ਹਰਿਆਣੇ ਦੇ ਵਿੱਚ? ਕਦੇ ਤੇਲਗੂ ਨੂੰ ਦੂਜੀ ਭਾਸ਼ਾ ਬਣਾਉਣ ਦੀ ਗੱਲ ਹੋਈ ਹੈ, ਜਦ ਕਿ ਉੱਥੇ ਸਭ ਤੋਂ ਵੱਡੀ ਦੂਜੀ ਭਾਸ਼ਾ ਪੰਜਾਬੀ ਬਣਦੀ ਹੈ, ਪੰਜਾਬ ਦਾ ਹਿੱਸਾ ਸੀ ਨਾ, ਹੈ ਨਾ। ਸੋ ਅਲਟੀਮੇਟਲੀ ਮੇਰਾ ਮੰਨਣਾ ਇਹ ਹੈ ਕਿ ਇਹਦੀ ਪਿਛਲੀ ਜਿਹੜੀ ਕੇਂਦਰ ਸਰਕਾਰ ਜਿਹੜੀ ਇਸ ਵੇਲੇ ਸਾਡੀ ਹੈਗੀ ਹੈ, ਉਹਦੀ ਜਿਹੜੀ ਇੱਕ ਪੂਰੀ ਦੀ ਪੂਰਾ ਏਜੰਡਾ ਜਿਹੜਾ ਆ ਹਿੰਦੂ, ਹਿੰਦੀ ਤੇ ਹਿੰਦੁਸਤਾਨ, ਉਸ ਏਜੰਡੇ ਦੇ ਤਹਿਤ ਹੀ ਇਹ ਸਾਰਾ ਕੁਝ ਕੀਤਾ ਜਾ ਰਿਹਾ। ਨਵਾਂ ਜਿਹੜਾ ਐਜੂਕੇਸ਼ਨ ਐਕਟ ਵੀ ਆਇਆ, ਉਹਦੇ 'ਚ ਵੀ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੈਗੀਆਂ। ਅੱਛਾ, ਪੂਰਾ ਕਿਉਂਕਿ ਸੈਂਟਰ ਸਰਕਾਰ ਵਾਰ-ਵਾਰ ਇੱਕ ਵਿਧਾਨ, ਇੱਕ ਰਾਸ਼ਟਰ, ਇੱਕ ਵਪਾਰ, ਹੈ ਨਾ, ਇੱਕ ਰਾਸ਼ਨ ਕਾਰਡ, ਇੱਕ ਨੇਸ਼ਨ, ਉਹ ਤੁਹਾਨੂੰ ਲੱਗਦਾ ਕਿ ਅਗਲਾ ਸਟੈਪ ਇਹ ਹੋਊਗਾ ਕਿ ਇੱਕ ਦੇਸ਼ ਇੱਕ ਭਾਸ਼ਾ? ਨਹੀਂ, ਉਹਨਾਂ ਦਾ ਤਾਂ ਸਲੋਗਨ ਹੈ ਇਹ ਤਾਂ ਅਮਿਤ ਸ਼ਾਹ ਜਿਹੜੇ ਸਾਡੇ ਗ੍ਰਹਿ ਮੰਤਰੀ ਆ, ਉਹਨਾਂ ਨੇ 1.5 ਸਾਲ ਪਹਿਲਾਂ ਬੋਲਦਿਆਂ ਕਹਿ ਦਿੱਤਾ ਸੀ ਇੱਕ ਸੰਮੇਲਨ ਦੇ ਵਿੱਚ ਵੀ ਇੱਕ ਮੁਲਕ ਇੱਕ ਭਾਸ਼ਾ, ਇੱਕ ਰਾਸ਼ਟਰ ਇੱਕ ਭਾਸ਼ਾ। ਸੋ ਉਹਦੇ ਨਜ਼ਰੀਏ ਦੇ ਨਾਲ ਹੀ ਸਾਰਾ ਕੁਝ ਕੀਤਾ ਜਾ ਰਿਹਾ। ਸੋ ਮੈਂ ਇਹ ਸਮਝਦਾ ਕਿ ਇੱਥੇ ਪੰਜਾਬੀ ਦਾ ਨਹੀਂ ਮਸਲਾ ਇਕੱਲਾ, ਸਾਡੇ ਇੱਥੇ ਹੁਣ 22 ਭਾਸ਼ਾਵਾਂ ਨੇ ਜਿਹੜੀਆਂ ਸੰਵਿਧਾਨ ਦੀਆਂ 8ਵੀਂ ਸੂਚੀ 'ਚ ਜਿਹੜੀਆਂ ਆ ਸੂਚੀਬੱਧ ਹੈ, ਜਿਹਦੇ 'ਚ ਪੰਜਾਬੀ ਵੀ ਹੈ। ਬਹੁਤ ਸਾਰੀਆਂ ਜ਼ਬਾਨਾਂ ਇੱਦਾਂ ਦੀਆਂ ਆ, ਭਾਸ਼ਾਵਾਂ ਇੱਦਾਂ ਦੀਆਂ ਜਿੱਦਾਂ ਰਾਜਸਥਾਨੀ ਹੈ। ਉਹ ਕਿਉਂ ਲੜ ਰਹੇ ਹੋ? ਕਹਿੰਦੇ ਵੀ ਸਾਨੂੰ ਭਾਈ ਘੱਟੋ ਘੱਟ ਆਪਣੀ ਸੰਵਿਧਾਨਕ ਭਾਸ਼ਾ ਤਾਂ ਮੰਨੋ। ਹਿੰਦੀ ਨੂੰ ਕਿਹਾ ਜਾ ਰਿਹਾ ਰਾਸ਼ਟਰੀ ਭਾਸ਼ਾ ਜਾਂ ਕੌਮੀ ਭਾਸ਼ਾ, ਜਦ ਕਿ ਕੌਮੀ ਭਾਸ਼ਾ ਜਿਹੜੀ ਸਾਡੀਆਂ ਸਾਰੀਆਂ ਭਾਸ਼ਾਵਾਂ ਹੀ ਕੌਮੀ ਹੈ, ਤੇ ਉੱਦਾਂ ਦਰਜਾ ਜਿਹੜਾ ਕੋਈ ਰਾਸ਼ਟਰੀ ਭਾਸ਼ਾ ਦਾ ਹਿੰਦੀ ਦਾ ਨਹੀਂ। ਉਹ ਠੀਕ ਹੈ, ਉਹ ਲਿੰਕ ਲੈਂਗੁਏਜ ਹੈ, ਇੱਕ ਆਫੀਸ਼ੀਅਲੀ ਲੈਂਗੁਏਜ ਹੈ, ਸੰਪਰਕ ਭਾਸ਼ਾ ਜਿਹਨੂੰ ਤੁਸੀਂ ਕਿਹਾ ਸੰਪਰਕ ਭਾਸ਼ਾ ਆ। ਵੀ ਤੁਸੀਂ ਉੱਤਰੀ ਭਾਰਤ ਦੇ ਵਿੱਚ ਸੰਪਰਕ ਭਾਸ਼ਾ ਦੇ ਤੌਰ 'ਤੇ ਹਿੰਦੀ ਨੂੰ ਲੈ ਸਕਦੇ ਹੋ, ਦੱਖਣੀ ਭਾਰਤ ਦੇ ਵਿੱਚ ਹਿੰਦੀ ਕੋਈ ਜਾਣਦਾ ਨਹੀਂ ਨਾ ਸੁਣਦਾ ਹੈ। ਇੱਦਾਂ ਅੰਗਰੇਜ਼ੀ ਜਿਹੜੀ ਆ ਉਹਨੂੰ ਇੰਟਰਨੈਸ਼ਨਲ ਲੈਂਗੁਏਜ ਕਿਹਾ ਜਾ ਰਿਹਾ, ਜਦ ਕਿ ਦੁਨੀਆ ਦੇ ਸਿਰਫ 5% ਲੋਕ ਅੰਗਰੇਜ਼ੀ ਬੋਲਦੇ ਪੜ੍ਹਦੇ ਆ, ਸਿਰਫ 5%। ਤੁਸੀਂ ਅੰਦਾਜ਼ਾ ਕਰ ਲਓ ਵੀ ਦੁਨੀਆ ਦੀ ਆਬਾਦੀ ਦਾ ਵੱਡਾ ਹਿੱਸਾ ਜਿਹੜਾ ਆ ਉਹ ਚਾਈਨਾ ਅਤੇ ਭਾਰਤ ਦੇ ਵਿੱਚ ਰਹਿ ਰਿਹਾ। ਠੀਕ ਹੈ ਨਾ ਜੀ। ਚਾਈਨਾ ਚੀਨੀ ਬੋਲੀ ਆ, ਭਾਰਤ ਦੇ ਵਿੱਚ ਵੱਖੋ ਵੱਖਰੀਆਂ ਬੋਲੀਆਂ ਹੈਗੀਆਂ, ਅਤੇ ਅੰਗਰੇਜ਼ੀ ਬਹੁਤ ਘੱਟ ਲੋਕ ਜਾਣਦੇ ਸਮਝਦੇ ਆ। ਅਤੇ ਦੁਨੀਆ ਦਾ ਆਬਾਦੀ ਦਾ ਜਿਹੜਾ 70% ਹਿੱਸਾ ਜਿਹੜਾ ਅੰਗਰੇਜ਼ੀ ਨਾ ਜਾਣੇ ਨਾ ਬੁੱਝੇ, ਅਤੇ ਤੁਸੀਂ ਉਹਨੂੰ ਇੰਟਰਨੈਸ਼ਨਲ ਲੈਂਗੁਏਜ ਕਿੱਦਾਂ ਕਹਿ ਸਕਦੇ ਹੋ? ਉਹ ਵੀ ਇੱਕ ਲਿੰਕ ਲੈਂਗੁਏਜ ਹੈ। ਜਦ ਤੁਸੀਂ ਵੱਖ ਵੱਖ ਮੁਲਕਾਂ ਜਾਂਦੇ ਹੋ, ਲਿੰਕ ਲੈਂਗੁਏਜ ਜਾਂ ਸੰਪਰਕ ਭਾਸ਼ਾ ਜਿਹਨੂੰ ਮੈਂ ਕਹਿ ਰਿਹਾ, ਇੱਦਾਂ ਹਿੰਦੀ ਹੈ। ਪਰ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਕਹਿ ਕੇ ਅਤੇ ਆਪਣੇ ਜਿਹੜੇ ਉਹਨਾਂ ਦੇ ਪ੍ਰੋਗਰਾਮ ਨੇ, ਉਹਨਾਂ ਦੇ ਪਾਰਟੀ ਦੇ ਪ੍ਰੋਗਰਾਮ ਨੇ, ਜਾਂ RSS ਦਾ ਜਿਹੜਾ ਪਿੱਛੋਂ ਪ੍ਰੋਗਰਾਮ ਵਰਕ ਕਰ ਰਿਹਾ, ਉਹਦੇ ਹਿਸਾਬ ਦੇ ਨਾਲ ਸਾਰੇ ਸੂਬਿਆਂ ਦੇ ਵਿੱਚ ਹਿੰਦੀ ਨੂੰ ਠੋਸਿਆ ਜਾ ਰਿਹਾ। ਸਾਡਾ ਕਿਸੇ ਭਾਸ਼ਾ ਦਾ ਵਿਰੋਧ ਨਹੀਂ ਹੈ। ਮਤਲਬ ਇਹ ਕਿ ਜਿਹੜਾ ਕਰੀਬ 1600 ਦੇ ਕਰੀਬ ਜਿਹੜੀਆਂ ਬੋਲੀਆਂ ਨੇ, ਉਪ ਬੋਲੀਆਂ ਨੇ, ਉਹ ਖਤਮ ਹੋ ਜਾਣਗੇ ਜੇ ਇੱਦਾਂ ਹੀ ਚੱਲਦਾ ਰਿਹਾ ਗੌਰਮੈਂਟ ਆਫ ਇੰਡੀਆ, ਜਾਂ ਕਿਸੇ ਵਿਚਾਰਧਾਰਾ ਦਾ ਏਜੰਡਾ ਇਸ ਤਰ੍ਹਾਂ ਹੀ ਕਾਮਯਾਬ ਹੋ ਗਿਆ? ਤੇ ਦੇਖੋ,
ਕੋਸ਼ਿਸ਼ ਜਿੱਦਾਂ ਉਹ ਕਰ ਰਹੇ ਆ, ਜਿੱਦਾਂ ਵੱਡਾ ਹਮਲਾ ਆ ਉਹਦੇ 'ਚ ਕੋਈ ਵਾਰੀ ਖੌਫ ਆਉਂਦਾ ਹੈ, ਡਰ ਆਉਂਦਾ ਕਿ ਇੱਦਾਂ ਹੋਏਗਾ। ਪਰ ਭਾਰਤ ਬਹੁਤ ਮਹਾਨ ਮੁਲਕ ਹੈ। ਜੇ ਭਾਰਤ ਦੇ ਹਵਾਲੇ ਨਾਲ ਗੱਲ ਕਰੀਏ, ਭਾਰਤ 6000 ਜਾਤਾਂ ਅਤੇ 21000 ਉਪਜਾਤਾਂ ਦਾ ਮੁਲਕ ਹੈ। ਭਾਰਤ ਵੱਖ-ਵੱਖ ਸੱਭਿਆਚਾਰਾਂ ਦਾ ਮੁਲਕ ਹੈ। ਭਾਰਤ ਵੱਖ-ਵੱਖ ਬੋਲੀਆਂ ਭਾਸ਼ਾਵਾਂ ਦਾ ਮੁਲਕ ਹੈ। ਕੁਝ ਭਾਸ਼ਾਵਾਂ ਅਤੇ ਬੋਲੀਆਂ, ਭਾਸ਼ਾਵਾਂ ਨਹੀਂ ਬੋਲੀਆਂ ਖਾਸ ਤੌਰ ਦੇ ਉੱਤੇ, ਕਿਉਂਕਿ ਬੋਲੀ ਅਤੇ ਭਾਸ਼ਾ ਦਾ ਜਿਹੜਾ ਅੰਤਰ ਵੀ ਸਮਝਣ ਦੀ ਜ਼ਰੂਰਤ ਹੈ। ਭਾਸ਼ਾ ਜਿਹੜੀ ਜਿਹਦੇ ਨਾਲ ਸਕ੍ਰਿਪਟ ਕੰਮ ਕਰਦੀ ਹੈ, ਜਿਹਦੇ ਨਾਲ ਅਸੀਂ ਲਿਪੀ ਜਿਹੜੀ ਵਰਤਦੇ ਉਹ ਭਾਸ਼ਾ 'ਚ ਆ ਜਾਂਦੀ ਹੈ। ਬੋਲੀ ਜਿਹਦੇ ਕਈ ਵਾਰੀ ਜਿੱਦਾਂ ਪੰਜਾਬੀ ਬੋਲੀ ਵੀ ਆ, ਭਾਸ਼ਾ ਵੀ ਹੈ। ਕਈ ਇੱਦਾਂ ਦੀਆਂ ਬੋਲੀਆਂ ਜਿਹਨਾਂ ਕੋਲ ਭਾਸ਼ਾ ਨਹੀਂ ਹੈ, ਉਹਨਾਂ ਕੋਲ ਸਕ੍ਰਿਪਟ ਨਹੀਂ ਹੈ, ਉਹ ਬੋਲੀਆਂ ਕਿਤੇ ਨਾ ਕਿਤੇ ਖਤਰੇ 'ਚ ਹੈ। ਆਦਿਵਾਸੀ ਇਲਾਕਿਆਂ ਦੀਆਂ ਕੁਝ ਬੋਲੀਆਂ ਹੋ ਸਕਦੀਆਂ ਜਿਨ੍ਹਾਂ ਦਾ ਭਾਈਚਾਰੇ ਬਹੁਤ ਥੋੜ੍ਹੇ ਰਹਿ ਗਏ ਆ, ਕਿਉਂਕਿ ਸਰਕਾਰ ਦਾ ਉੱਧਰ ਧਿਆਨ ਹੀ ਨਹੀਂ ਹੈ। ਪਰ ਜਿਹੜੀ ਮੈਂ ਗੱਲ ਕਹੀ ਹੈ ਕਿ ਜੇ ਇਸ ਮੁਲਕ ਦੇ ਵਿੱਚ 6000 ਜਾਤਾਂ ਹੋਣ, 21000 ਜਿਹੜੀਆਂ ਸਬ ਕਾਸਟ ਹੋਣ, ਸੈਂਕੜੇ ਕਿਸਮ ਦੇ ਜਿਹੜੇ ਉੱਥੇ ਸੱਭਿਆਚਾਰ ਹੋਣ, ਜਿੱਥੇ 10 ਕੁ ਤੇ ਬੋਲੀ ਬਦਲ ਜਾਂਦੀ ਹੋਵੇ, ਉਸ ਮੁਲਕ ਨੂੰ ਇੱਕ ਭਾਸ਼ਾ, ਇੱਕ ਰਾਸ਼ਟਰ ਦਾ ਰੂਪ ਦੇਣ ਦਾ ਜਿਹੜਾ ਸੁਪਨਾ ਆ, ਉਹ ਸੁਪਨਾ ਹੀ ਰਹੇਗਾ। ਉਹ ਹਕੀਕਤ ਕਦੇ ਨਹੀਂ ਹੋ ਸਕਦਾ, ਨਹੀਂ ਤਾਂ ਮੁਲਕ ਟੁੱਟ ਜਾਏਗਾ। ਜੇ ਇਹ ਯਤਨ ਕੀਤੇ ਜਾਣਗੇ ਤਾਂ ਮੁਲਕ ਟੁੱਟ। ਜਿਹੜੀਆਂ ਸਾਡੀਆਂ ਲੜਾਈਆਂ ਵੀ ਹੋਈਆਂ ਪਿੱਛੇ, ਮਤਲਬ ਪੰਜਾਬ ਦਾ ਕਿਹੜਾ ਮਸਲਾ ਹੱਲ ਹੋ ਗਿਆ? ਪੰਜਾਬ ਦੇ ਸਾਰੇ ਮਸਲੇ ਉੱਦਾਂ ਪਏ ਆ। ਪੰਜਾਬ ਦਾ ਭਾਸ਼ਾ ਦਾ ਮਸਲਾ ਉੱਦਾਂ ਪਿਆ, ਚੰਡੀਗੜ੍ਹ ਦਾ ਮਸਲਾ ਉੱਦਾਂ ਪਿਆ, ਦਰਿਆਈ ਪਾਣੀਆਂ ਦਾ ਮਸਲਾ ਉੱਦਾਂ ਪਿਆ, ਪੰਜਾਬੀ ਬੋਲਦੇ ਇਲਾਕੇ ਦਾ ਮਸਲਾ ਉੱਦਾਂ ਹੀ ਪਿਆ। ਮਤਲਬ ਇਹ ਸਾਰੇ ਮਸਲੇ ਜਿਹੜੇ ਆ ਨਾ, ਅਸਲ 'ਚ ਸਿਆਸਤਾਂ ਜਿਹੜੀਆਂ ਆ ਉਹ ਵਕਤ ਆਉਣ 'ਤੇ ਜਿਉਂਦੇ ਕਰਦੀਆਂ, ਕਿਉਂਕਿ ਸਿਆਸਤ ਜਿਹੜੀ ਆ ਮਸਲਿਆਂ ਦੇ ਸਿਰ 'ਤੇ ਸਤ੍ਹਾ 'ਚ ਆਉਂਦੀ ਹੈ। ਤੁਸੀਂ ਚੋਣਾਂ ਦੇ ਲਾਗੇ ਜਾ ਕੇ ਦੇਖੋਗੇ, ਪੰਜਾਬ ਦੇ ਪਾਣੀਆਂ ਦੀ ਗੱਲ ਚੱਲ ਪਊਗੀ, ਚੰਡੀਗੜ੍ਹ ਦੀ ਗੱਲ ਚੱਲ ਪਊਗੀ। ਇੱਕ ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਨੂੰ ਮਿਲ ਜਾਣਾ ਸੀ, ਉਹ ਨਹੀਂ ਮਿਲਿਆ। ਉਸ ਤੋਂ ਬਾਅਦ ਫਿਰ ਇਸ ਨੂੰ ਜੀਂਦੇ ਰੱਖਣਾ ਹੁੰਦਾ। ਪਰ ਜਿਹੜਾ ਤੁਹਾਡਾ ਸਵਾਲ ਹੈ ਵੀ ਇਹ ਹੋ ਸਕਦਾ, ਮੈਂ ਤੁਹਾਨੂੰ ਕਿਹਾ ਕਿ ਡਰ ਲੱਗਦਾ ਵੀ ਇੱਦਾਂ ਹੋਏਗਾ, ਲੋਕਾਂ ਨੂੰ ਡਰਾਇਆ ਜਾ ਰਿਹਾ, ਪਰ ਇੱਦਾਂ ਹੋਣਾ ਨਹੀਂ ਹੈ। ਕਿਉਂਕਿ ਲੋਕ ਕਦੀ ਵੀ ਬਰਦਾਸ਼ਤ ਨਹੀਂ ਕਰਦੇ। ਜਦੋਂ ਲੋਕਾਂ ਦੀ ਬੋਲੀ 'ਤੇ ਸੰਕਟ ਆਏਗਾ, ਉਹਨਾਂ ਦੇ ਰੁਜ਼ਗਾਰ 'ਤੇ ਸੰਕਟ ਆਏਗਾ, ਸੰਕਟ ਤਾਂ ਆ ਹੀ ਗਿਆ, ਵੈਸੇ ਬਹੁਤ ਸਾਰੇ ਸੰਕਟ ਹੈ। ਤੁਸੀਂ ਆਹ ਕਰੋਨਾ ਕਾਲ ਤੋਂ ਬਾਅਦ ਦੇਖੋਗੇ ਇੱਕ ਨਵੇਂ ਕਿਸਮ ਦਾ ਭਾਰਤ ਦਾ ਨਿਰਮਾਣ ਹੋਏਗਾ। ਤੁਸੀਂ ਕਰੋਨਾ ਕਾਲ ਤੋਂ ਪਹਿਲਾਂ ਦੇਖਿਆ ਇੱਕ ਸ਼ਾਹੀਨ ਬਾਗ, ਜਿਹੜਾ ਸਾਰੇ ਦੇਸ਼ ਦੇ ਵੱਖ-ਵੱਖ ਇਲਾਕਿਆਂ 'ਚ ਸ਼ਾਹੀਨ ਬਾਗ ਆ ਗਿਆ ਸੀ। ਸਾਡੇ ਪੰਜਾਬ 'ਚ ਮਲੇਰਕੋਟਲਾ ਸ਼ਾਹੀਨ ਬਾਗ ਬਣ ਗਿਆ ਸੀ। ਕਰੋਨਾ ਦੀ ਆੜ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਡਿਸਟਰੋਏ ਕੀਤੀਆਂ ਗਈਆਂ, ਤਬਾਹ ਕੀਤੀਆਂ ਗਈਆਂ। ਹੁਣ ਕਰੋਨਾ ਦੇ ਕਾਲ 'ਚ ਜਿਹੜੇ ਸੰਕਟ ਪੈਦਾ ਹੋਏ ਆ, ਚਾਹੇ ਉਹ ਭਾਸ਼ਾ ਦਾ ਸੰਕਟ ਹੈ, ਰੁਜ਼ਗਾਰ ਦਾ ਸੰਕਟ ਹੈ, ਤੁਹਾਡਾ ਸਾਰਾ ਕੁਝ ਖੁੱਸ ਗਿਆ, ਤੁਹਾਡੀ ਇੱਕ ਕਿਸਮ ਦੇ ਰੋਟੀ ਦਾ ਸੰਕਟ ਹੈ। ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਭਾਰਤ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਨਵੇਂ ਅੰਦੋਲਨ ਜਿਹੜੇ ਹੈ, ਜਿਨ੍ਹਾਂ ਦੀ ਲੀਡਰਸ਼ਿਪ ਅੱਜ ਜਿਹੜੀਆਂ ਲੀਡਰਸ਼ਿਪ ਸਾਨੂੰ ਦਿਖਾਈ ਦੇ ਰਹੀਆਂ, ਇਹ ਨਹੀਂ ਹੋਏਗੀ। ਲੀਡਰਸ਼ਿਪ ਨਵੀਂ ਲੋਕ ਡਿਵੈਲਪ ਕਰਨਗੇ। ਇਹ ਮੈਨੂੰ ਇਸ ਗੱਲ ਦੀ ਉਮੀਦ ਹੈ। ਆਉਣ ਵਾਲਾ ਸਮਾਂ ਇਸ ਪਾਸੇ ਵੱਲ ਨੂੰ ਜਾ ਰਿਹਾ। ਜਿਸ ਤਰ੍ਹਾਂ ਕਿਉਂਕਿ ਰਾਜਸਥਾਨ ਦੇ ਵਿੱਚ ਸਿੰਧੀਆਂ ਦਾ ਵੀ ਪ੍ਰੋਬਲਮ, ਰਾਜਸਥਾਨੀ ਦੀ ਪ੍ਰੋਬਲਮ ਹੈ। ਹਰਿਆਣੇ 'ਚ ਕਦੀ ਉਹਨਾਂ ਇਹ ਕੋਸ਼ਿਸ਼ ਨਹੀਂ ਕੀਤੀ ਕਿ ਸਾਡੀ ਹਰਿਆਣਵੀ ਭਾਸ਼ਾ ਨੂੰ ਦਰਜਾ ਮਿਲਣਾ ਚਾਹੀਦਾ ਹੈਗਾ। ਪਰ ਜਿਸ ਤਰ੍ਹਾਂ ਗੌਰਮੈਂਟ ਆਫ ਇੰਡੀਆ ਨੇ ਜਿਹੜਾ ਸੈਂਟਰ ਬਿੱਲ ਪੇਸ਼ ਕੀਤਾ ਜੰਮੂ ਸਟੇਟ ਦੇ ਵਿੱਚ, ਡੋਗਰੀ ਜਿਹੜੀ ਇੱਕ ਉਪ ਬੋਲੀ ਹੈਗੀ, ਉਹਨੂੰ ਤੁਸੀਂ ਬੋਲੀ ਦਾ ਦਰਜਾ ਦੇ ਦਿੱਤਾ ਹੈਗਾ। ਇੱਦਾਂ ਦੀ ਚਰਚਾ ਹੈ ਕਿ ਕੱਲ੍ਹ ਨੂੰ ਜੇ ਤਾਂ ਪੰਜਾਬ 'ਚ ਮਾਝੇ ਵੱਖਰੇ ਨੇ, ਦੁਆਬੇ ਵਾਲੀ ਬੋਲੀ, ਪੁਆਧ ਵਾਲੀ, ਮਾਲਵੇ ਵਾਲੀ, ਇੱਦਾਂ ਜਿਹੜੀਆਂ ਉਪ ਬੋਲੀਆਂ ਹੈਗੀਆਂ, ਜੇ ਤੁਸੀਂ ਉਹਨਾਂ ਨੂੰ ਦਰਜਾ ਦਿੱਤਾ ਜਾਵੇ ਵੋਟਾਂ ਨੂੰ ਧਿਆਨ ਵਿੱਚ ਰੱਖਦੇ, ਫਿਰ ਤਾਂ ਖਤਰਨਾਕ ਹੀ ਹਨ ਜੀ। ਨਹੀਂ ਦੇਖੋ, ਗੱਲ ਹੈ ਉਪ ਬੋਲੀਆਂ ਜਿਹੜੀਆਂ ਆ ਉਹ ਪਹਿਲੇ ਦਰਜਾ ਰੱਖਦੀਆਂ। ਵੈਸੇ ਤਾਂ ਉਹਨਾਂ ਨੂੰ ਕੁਝ ਸਪੈਸ਼ਲ, ਜਦੋਂ ਤੁਸੀਂ ਪੰਜਾਬੀ ਨੂੰ ਦਰਜਾ ਦੇ ਦਿੱਤਾ ਤਾਂ ਜਿਹੜੀਆਂ ਉਹਦੀਆਂ ਉਪ ਬੋਲੀਆਂ ਵੀ ਨਾਲ ਨੇ। ਸਾਡੇ ਮਾਝੀ ਆ, ਦੁਆਬੀ ਆ, ਕੇਂਦਰੀ ਬੋਲੀ ਆ ਸਾਡੀ। ਜਦੋਂ ਅਸੀਂ ਸਾਂਝਾ ਪੰਜਾਬ ਸੀ, ਸਾਡਾ ਪੋਠੇਹਾਰੀ ਹੈ, ਇਹ ਸਭ ਪੰਜਾਬੀ ਦੀਆਂ ਉਪ ਬੋਲੀਆਂ ਹੀ ਹੈਗੀਆਂ ਨਾ। ਅਤੇ ਮਸਲਾ ਸਿਰਫ ਇਹ ਹੈ ਕਿ ਚਲੋ ਤੁਸੀਂ ਡੋਗਰੀ ਨੂੰ ਵੀ, ਚਲੋ ਠੀਕ ਹੈ, ਤੁਸੀਂ ਡੋਗਰੀ ਨੂੰ ਉੱਥੇ ਮਾਨਤਾ ਦੇਤੀ, ਚੰਗੀ ਗੱਲ ਹੈ, ਪਰ ਉਹਦੀ ਸਕ੍ਰਿਪਟ ਦਾ ਗੁਰਮੁਖੀ ਹੋਵੇ ਨਾ। ਸਵਾਲ ਲਿਪੀ ਦਾ। ਜੇ ਤੁਸੀਂ ਲਿਪੀ ਦੇਵਨਾਗਰੀ ਕਰਨੀ ਹੈ ਤਾਂ ਫਿਰ ਜਿਹੜੀਆਂ ਉਪ ਬੋਲੀਆਂ ਦੇ ਨਾਂ ਦੇ ਉੱਤੇ ਜਿਹੜੀ ਤੁਸੀਂ ਪੋਲੀਟਿਕਸ ਕਰ ਰਹੇ ਹੋ, ਤੁਸੀਂ ਅਸਲ ਦੇ ਵਿੱਚ ਉਪ ਬੋਲੀਆਂ ਦੀ ਮਾਂ ਜਿਹੜੀ ਆ ਬੋਲੀ, ਉਹਨੂੰ ਮਾਰਨ ਦਾ ਯਤਨ ਕਰ ਰਹੇ ਹੋ। ਵੀ ਜੇ ਮਾਂ ਮਰ ਜਾਏਗੀ, ਬੱਚੇ ਵੀ ਨਹੀਂ ਰਹਿਣਗੇ। ਕੱਲ੍ਹ ਨੂੰ ਅਗਰ ਮਰਦਮਸ਼ੁਮਾਰੀ ਹੁੰਦੀ ਹੈ ਤਾਂ ਉਹ ਜੰਮੂ ਕਸ਼ਮੀਰ ਦੇ ਜਿਹੜੇ ਲੋਕ ਨੇ, ਜਿਹੜੇ ਖਾਸ ਕਰਕੇ ਡੋਗਰੀ ਬੋਲਦੇ ਨੇ, ਉਹ ਕਿਹੜੀ ਭਾਸ਼ਾ ਲਗਾਉਣਗੇ? ਡੋਗਰੀ ਲਿਖਾਉਣਗੇ, ਪੰਜਾਬੀ ਲਿਖਾਉਣਗੇ ਜਾਂ ਹਿੰਦੀ ਲਿਖਾਉਣਗੇ? ਇਹੀ ਤਾਂ ਦੁਬਿਧਾ ਪੈਦਾ ਕਰਨੀ ਉਹਨਾਂ ਨੇ। ਪੰਜਾਬੀ ਨੂੰ ਮਾਰਨ ਦਾ ਸਭ ਤੋਂ ਬਿਹਤਰ ਤਰੀਕਾ ਇਹੀ ਹੈ ਨਾ ਕਿ ਉਹਦੀਆਂ ਉਪ ਬੋਲੀਆਂ ਜਿਹੜੀਆਂ, ਉਹਨਾਂ ਦੀ ਸਕ੍ਰਿਪਟ ਜਿਹੜੀ ਦੇਵਨਾਗਰੀ ਕਰਕੇ ਜਿਹੜੀ ਹੈ, ਤੁਸੀਂ ਉੱਥੇ ਦਰਜਾ ਦੇ ਦਿਓ। ਜਿਹੜੀ ਮੈਂ ਗੱਲ ਕਹੀ ਹੈ, ਜਦੋਂ ਲੋਕ ਡੋਗਰੀ ਲਿਖਾਉਣਗੇ, ਪੰਜਾਬੀ ਤਾਂ ਵੱਖਰੀ ਭਾਸ਼ਾ ਇੱਕ ਕਿਸਮ ਦੀ ਉਹ ਕੰਸੀਡਰ ਹੋਏਗੀ, ਜਦ ਕਿ ਹੈ ਉਹ ਪੰਜਾਬੀ ਦੀ ਉਪ ਬੋਲੀ ਹੈ। ਫਿਰ ਆਪ ਹੀ ਪੰਜਾਬੀ ਮਰ ਗਈ ਨਾ। ਜੇ ਪੰਜਾਬੀ ਮਾਰਤੀ ਤਾਂ ਉਹਦੇ ਧੀ ਪੁੱਤ ਵੀ ਮਰ ਜਾਣਗੇ। ਅਤੇ ਉਹ ਚਾਹੇ ਉਹ ਉਪ ਬੋਲੀਆਂ ਦੇ ਰੂਪ ਦੇ ਵਿੱਚ ਹੈ, ਚਾਹੇ ਉਹ ਕਿਸੇ ਵੀ ਖਿੱਤੇ ਦੇ ਵਿੱਚ, ਕਿਸੇ ਵੀ ਰੂਪ ਦੇ ਵਿੱਚ ਜਿਹੜੇ ਆ ਪੰਜਾਬੀ ਨਾਲ ਜੁੜੇ ਹੋਏ ਮਸਲੇ ਜਿਹੜੇ ਉਹ ਵੀ ਖਤਮ ਹੋ ਜਾਣਗੇ। ਜਿੱਦਾਂ ਮੈਂ ਕਿਹਾ ਕਿ ਤੁਹਾਡੀ ਹੋਂਦ ਦੇ ਉੱਤੇ ਇੱਕ ਸਵਾਲ ਪੈਦਾ ਕਰ ਦਿੱਤਾ ਜਾਏਗਾ। ਜਿਹੜਾ ਇੰਟਰਨੈਸ਼ਨਲ ਲੈਵਲ 'ਤੇ ਮਸਲਾ ਆ ਉਹ ਹੋਰ ਤਰ੍ਹਾਂ ਦਾ। ਇੰਟਰਨੈਸ਼ਨਲ ਲੈਵਲ ਦੇ ਉੱਤੇ ਮੰਡੀ ਦੀ ਭਾਸ਼ਾ ਨੂੰ ਡਿਵੈਲਪ ਕਰ ਰਹੇ ਨੇ ਉਹ। ਇੱਕ ਨਵੀਂ ਕਿਸਮ ਦੀ ਸੋਸ਼ਲ ਸਾਈਟਸ ਦੀ ਜਿਹੜੀ ਲੈਂਗੁਏਜ ਉਹ ਵੀ ਅਸੀਂ ਦੇਖ ਰਹੇ ਹਾਂ। ਜਿਹੜੀ ਮਾਰਕੀਟ ਦੀ ਲੈਂਗੁਏਜ ਉਹ ਦੇਖ ਰਹੇ ਹਾਂ। ਉਹਦੇ 'ਚ ਅੰਗਰੇਜ਼ੀ ਨੂੰ ਹੁਣ ਦੇਖੋ,
ਅੱਜ ਤੋਂ ਪਹਿਲਾਂ, ਅੱਜ ਤੋਂ 30 35 40 ਸਾਲ ਪਹਿਲਾਂ ਜਿਹੜੀ ਬਰਤਾਨਵੀ ਅੰਗਰੇਜ਼ੀ ਸੀ ਜਿਹੜੀ ਆ ਉਹ ਸੱਤਾ ਦਾ ਕੇਂਦਰ ਸੀ। ਅੱਜ ਅਮਰੀਕਨ ਇੰਗਲਿਸ਼ ਹੈ ਨਾ। ਜਿੱਦਾਂ ਜਿੱਦਾਂ ਸੱਤਾ ਦੇ ਕੇਂਦਰ ਬਦਲਦੇ ਆ ਉੱਦਾਂ ਉੱਦਾਂ ਜਿਹੜੇ ਆ ਉਹਨਾਂ ਦੇ ਜਿਹੜੇ ਨਿਸ਼ਾਨੇ ਵੀ ਬਦਲ ਜਾਂਦੇ ਆ, ਉਹਨਾਂ ਦੀਆਂ ਬੋਲੀਆਂ ਦੇ ਵਿੱਚ ਵੀ ਬਦਲਾਅ ਆਉਂਦਾ, ਭਾਸ਼ਾਵਾਂ 'ਚ ਵੀ ਆਉਂਦਾ। ਭਾਰਤ 'ਚ ਡਬਲ ਸੰਕਟ ਹੈ। ਭਾਰਤ 'ਚ ਇੱਕ ਤਾਂ ਮਾਰਕੀਟ ਦੀ ਭਾਸ਼ਾ, ਸਰਕਾਰ ਦੀ ਭਾਸ਼ਾ ਵੱਖਰੀ ਹੈ ਲੋਕਾਂ ਦੀ ਭਾਸ਼ਾ ਨਾਲੋਂ। ਦੂਜਾ ਜਿਹੜੀ ਹੈ ਹਿੰਦੂਤਵ ਦੀ ਰਾਜਨੀਤੀ ਜਿਹੜੀ ਆ ਭਾਸ਼ਾਵਾਂ ਨੂੰ ਆਪਣੇ ਕਲਾ ਵਿੱਚ ਲੈ ਕੇ, ਭਾਸ਼ਾਵਾਂ ਨੂੰ ਮਾਰ ਕੇ ਹਿੰਦੀ ਜਿਹੜੀ ਹੈ ਉਹਨੂੰ ਹੀ ਠੋਸਣਾ ਚਾਹੁੰਦੀ ਹਰ ਥਾਂ ਦੇ ਉੱਤੇ। ਇਹ ਦੋਹਰਾ ਸੰਕਟ ਜਿਹੜੇ ਆ ਅਸੀਂ ਪੰਜਾਬੀ ਵੀ, ਰਾਜਸਥਾਨੀ ਵੀ, ਬਹੁਤ ਸਾਰੇ ਜਿਹੜੇ ਖਿੱਤਿਆਂ 'ਚ ਵੱਖ-ਵੱਖ ਲੋਕ ਜਿਹੜੇ ਆ ਉਹ ਦੋਹਰਾ ਸੰਕਟ ਜਿਹੜਾ ਹੈ, ਸੰਤਾਪ ਜਿਹੜਾ ਚੱਲ ਰਿਹਾ। ਪਰ ਮੈਂ ਇੱਕ ਗੱਲ ਜਿਹੜੀ ਦੁਬਾਰਾ ਕਹਿਣੀ ਚਾਹੁੰਦਾ, ਗੱਲ ਰੁਕ ਗਈ ਸੀ। ਸਾਡਾ ਮੰਨਣਾ ਇਹ ਹੈ ਕਿ ਜਿਹੜੀ ਭਾਸ਼ਾ ਕੋਈ ਵੀ ਕਿਸੇ ਦੀ ਦੁਸ਼ਮਣ ਨਹੀਂ ਹੁੰਦੀ। ਸਾਡਾ ਹਿੰਦੀ ਨਾਲ ਕੋਈ ਰੌਲਾ ਨਹੀਂ ਹੈ, ਸਿਰਫ ਹਿੰਦੀ ਦੇ ਨਾਂ 'ਤੇ ਜਿਹੜੀ ਸਿਆਸਤ ਹੈ ਉਹਦੇ ਨਾਲ ਰੌਲਾ। ਜਾਂ ਅੰਗਰੇਜ਼ੀ ਵੀ ਸਿੱਖਣੀ ਚਾਹੀਦੀ, ਅੰਗਰੇਜ਼ੀ ਨਾਲ ਕੀ ਰੌਲਾ। ਜੇ ਤੁਸੀਂ ਦੁਨੀਆ ਭਰ ਦਾ ਗਿਆਨ ਹਾਸਲ ਕਰਨਾ, ਜਿੰਨੀਆਂ ਮਰਜ਼ੀ ਭਾਸ਼ਾਵਾਂ ਸਿੱਖੋ, ਨਾ ਸਾਡਾ ਹਿੰਦੀ ਨਾਲ ਰੌਲਾ, ਨਾ ਅੰਗਰੇਜ਼ੀ ਨਾਲ ਰੌਲਾ, ਨਾ ਬੰਗਾਲੀ ਨਾਲ ਰੌਲਾ, ਨਾ ਹਰਿਆਣਵੀ ਨਾਲ ਰੌਲਾ, ਕਿਸੇ ਨਾਲ ਵੀ ਨਹੀਂ ਸਾਡਾ ਤਾਂ ਰੌਲਾ। ਅਸੀਂ ਕਹਿੰਦੇ ਆ ਵੀ ਭਾਸ਼ਾਵਾਂ ਇੱਕ ਦੂਜੇ ਦੀਆਂ ਸਹਾਇਕ ਹੁੰਦੀਆਂ, ਭਾਸ਼ਾਵਾਂ ਇੱਕ ਦੂਜੇ ਦੇ ਲਫ਼ਜ਼ ਵੀ ਲੈਂਦੀਆਂ, ਸ਼ਬਦ ਵੀ ਲੈਂਦੀਆਂ। ਸੋ ਇਸ ਕਰਕੇ ਲੜਾਈ ਇਹ ਬਣਦੀ ਹੈ ਕਿ ਭਾਸ਼ਾਵਾਂ ਦੇ ਨਾਂ 'ਤੇ ਸਿਆਸਤ ਕਿੱਥੋਂ ਹੋ ਰਹੀ ਹੈ, ਉਸ ਸਿਆਸਤ ਦਾ ਮੰਤਵ ਕੀ ਹੈ, ਉਸ ਸਿਆਸਤ ਦਾ ਉਦੇਸ਼ ਕੀ ਹੈ, ਉਹ ਸਿਆਸਤ ਅਸਲ ਦੇ ਵਿੱਚ ਆਪਣਾ ਕਿਹੜੀ ਮੰਜ਼ਿਲ ਸਰ ਕਰਨਾ ਚਾਹੁੰਦੀ ਹੈ। ਉਹ ਸਿਆਸਤ ਬੈਠੀ ਹੈ ਜਿਹੜੀ ਨਾਗਪੁਰ 'ਚ ਬੈਠੀ ਹੈ ਸਿਆਸਤ। ਉਹ ਨਾਗਪੁਰ ਜਿਹੜੀ RSS ਦੀ ਸਿਆਸਤ ਹੈ, ਜਿਹੜੀ ਇਸ ਦੇਸ਼ ਨੂੰ ਇੱਕ ਰੰਗਾ ਬਣਾਉਣਾ ਚਾਹੁੰਦੀ ਹੈ। ਸਾਂਝੀ ਤਹਿਜ਼ੀਬ ਵਾਲਾ ਇਹ ਦੇਸ਼, ਜਿਸ ਦੇਸ਼ ਦੇ ਵਿੱਚ ਜਿੱਦਾਂ ਮੈਂ ਜ਼ਿਕਰ ਕੀਤਾ ਹੈ ਕਿ ਜਿਹੜਾ ਸਾਂਝੀਆਂ ਬੋਲੀਆਂ, ਸਾਂਝੇ ਸੱਭਿਆਚਾਰ ਹੈ, ਇਹ ਦੇਸ਼ ਜਿਹਨੇ ਆਜ਼ਾਦੀ ਦੀ ਲੜਾਈ ਜਿਹੜੀ ਆ ਸਾਂਝੀ ਤਹਿਜ਼ੀਬ ਦੇ ਇਸ ਮੰਤਵ ਦੇ ਨਾਲ ਹੀ ਲੜੀ ਹੈ। ਉਹ ਤੁਸੀਂ ਗਦਰ ਪਾਰਟੀ ਦੀ ਮੂਵਮੈਂਟ ਦੇਖ ਲਓ, ਉਹ ਤੁਸੀਂ ਸਾਡੇ ਆਜ਼ਾਦੀ ਦੇ ਜਿਹੜੇ ਪਰਵਾਨੇ ਨੇ, ਸ਼ਹੀਦ ਭਗਤ ਸਿੰਘ ਦੇ ਨਾਲ ਰਾਜਗੁਰੂ ਤੇ ਸੁਖਦੇਵ ਨੂੰ ਤੁਸੀਂ ਵੱਖ ਨਹੀਂ ਨਾ ਕਰ ਸਕਦੇ। ਮਤਲਬ ਤੁਸੀਂ ਭਗਤ ਸਿੰਘ ਨੂੰ ਰਾਜਗੁਰੂ ਸੁਖਦੇਵ ਤੋਂ ਵੱਖਰਾ ਨਹੀਂ ਕਰਕੇ ਦੇਖ ਸਕਦੇ। ਵੱਖਰੀ ਗੱਲ ਹੈ ਕਿ ਭਗਤ ਸਿੰਘ ਦਾ ਨਾਂ ਇਸ ਕਰਕੇ ਜ਼ਿਆਦਾ ਲਿਆ ਜਾਂਦਾ ਕਿਉਂਕਿ ਉਹਨਾਂ ਨੇ ਬਹੁਤ ਕੁਝ ਲਿਖਿਆ ਵੀ ਹੈ ਜਿਹੜਾ ਸਾਡੇ ਹੱਥਾਂ 'ਚ ਆ, ਅਸੀਂ ਪੜ੍ਹਦੇ ਹਾਂ ਰੋਜ਼। ਇੱਦਾਂ ਤੁਸੀਂ ਅਸ਼ਫਾਕੁੱਲਾ ਖਾਨ ਨੂੰ ਥੋੜ੍ਹਾ ਸਾਡੇ ਤੋਂ ਵੱਖ ਕਰ ਸਕਦੇ ਹੋ। ਪਰ ਇਹਨਾਂ ਦੀ ਪੋਲੀਟਿਕਸ ਹੈ ਕਿ ਅਸ਼ਫਾਕੁੱਲਾ ਖਾਨ ਜਿਹੜਾ ਇਹ ਤੋਂ ਵੱਖ ਕਰ ਦਿੱਤਾ ਜਾਏ। ਰਾਜਗੁਰੂ ਤੇ ਸੁਖਦੇਵ ਉਹ ਹਿੰਦੂ ਨਾਇਕ ਦੇ ਤੌਰ 'ਤੇ ਪੇਸ਼ ਕੀਤੇ ਜਾਣ। ਈਵਨ ਭਗਤ ਸਿੰਘ ਨੂੰ ਇੱਕ ਪਾਸੇ ਹਿੰਦੂ ਨਾਇਕ ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ ਹੈ, ਇੱਕ ਪਾਸੇ ਸਿੱਖ ਨਾਇਕ ਦੇ ਤੌਰ 'ਤੇ। ਜਿਹੜਾ ਉਹ ਲੋਕ ਨਾਇਕ ਆ, ਉਹ ਜਿਹੜਾ ਅਕਸ ਹੈ, ਉਹ ਦਿੱਖ ਹੈ ਜਿਹੜੀ ਉਹਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ। ਅਗਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਕਦੀ ਲక్ష్ਮਣ ਸਿੰਘ ਗਿੱਲ ਨੇ ਵੀ ਬਿੱਲ ਪਾਸ ਕਰਤੇ, ਫਿਰ ਬਾਦਲ ਸਾਹਿਬ ਨੇ ਪੇਸ਼ ਕਰਤੇ, ਕੈਪਟਨ ਸਾਹਿਬ ਨੇ ਵੀ ਵਿਧਾਨ ਸਭਾ 'ਚ ਕਿਹਾ ਗਿਆ। ਪਰ ਅੱਜ ਵੀ ਜਿਹੜਾ ਕੰਮਕਾਜ ਆ ਉਹ ਜ਼ਿਆਦਾ ਇੰਗਲਿਸ਼ 'ਚ ਹੁੰਦਾ। ਲੋਕੀ ਕਹਿੰਦੇ ਕਿ ਨਹੀਂ, ਇਹ ਵੀ ਫਰਜ਼ੀਵਾੜਾ ਹੀ ਆ। ਲక్ష్ਮਣ ਸਿੰਘ ਗਿੱਲ ਹੋਰਾਂ ਦੀ ਤਾਂ ਕੋਈ ਇਹ ਨਹੀਂ ਕਿ ਜਦ ਪੰਜਾਬੀ ਵੱਖਰਾ ਸੂਬਾ ਭਾਸ਼ਾ ਦੇ ਆਧਾਰ 'ਤੇ ਬਣਿਆ ਤਾਂ ਨਵੀਂ ਭਾਸ਼ਾ ਨੀਤੀ ਤਾਂ ਬਣਨੀ ਸੀ। ਉਹ ਤਾਂ 1967 ਜਿਹੜਾ ਆਇਆ ਉਹ ਤਾਂ ਆਇਆ ਹੀ ਹੈ। ਪਰ ਮਸਲਾ ਹੈ ਵੀ ਉਹਦੇ ਚੋਰ ਮੋਰੀਆਂ ਬਹੁਤ ਸੀ, ਜਿਹਦੇ ਖਿਲਾਫ ਬਹੁਤ ਜ਼ਬਰਦਸਤ ਲੜਾਈ ਇੱਕ ਲੜੀ ਗਈ ਹੈ। ਲੜਾਈ ਦੇ ਮਾਮਲੇ 'ਚ ਮੈਂ ਇੱਕ ਗੱਲ ਨਾਲ ਜੋੜਦਾ ਬਾਅਦ 'ਚ। ਪਰ ਉਸ ਲੜਾਈ ਦਾ ਜਿਹੜਾ ਕੇਂਦਰੀ ਪੰਜਾਬੀ ਲੇਖ ਸਭਾ ਨੇ ਉਹ ਲੜਾਈ ਲੜੀ, ਜਾਂ ਵੱਖ-ਵੱਖ ਬੁੱਧੀਜੀਵੀਆਂ ਚਿੰਤਕਾਂ ਦੇ ਅਦਾਰਿਆਂ ਨੇ ਉਹ ਲੜਾਈ ਲੜੀ। ਉਸ ਲੜਾਈ ਦਾ ਸਿੱਟਾ ਇਹ ਨਿਕਲਿਆ ਕਿ 2008 ਦੇ ਵਿੱਚ ਜਿਹੜਾ ਆ ਸੋਧ ਬਿੱਲ ਆਇਆ, ਇੱਕ ਭਾਸ਼ਾ ਐਕਟ ਜਿਹੜਾ ਨਵਾਂ ਸੋਧਿਆ ਹੋਇਆ। ਪਰ ਉਹਦੇ ਵਿੱਚ ਵੀ ਸਜ਼ਾ ਦੀ ਜਿਹੜੀ ਧਾਰਾ ਆ ਉਹ ਇਸ ਢੰਗ ਨਾਲ ਬਣਾ ਦਿੱਤੀ ਗਈ ਵੀ ਹੁਣ ਮੰਨ ਲਓ ਵੀ DC ਕੋਈ ਗਲਤੀ ਕਰਦਾ ਅਤੇ ਉਹਨੂੰ ਸਜ਼ਾ ਕੌਣ ਦੇਗਾ? ਉਹ ਤਾਂ ਉੱਪਰ ਦਾ ਅਧਿਕਾਰੀ ਦੇ ਸਕਦਾ ਨਾ। ਉਹ 'ਚ ਸਜ਼ਾ ਦੀ ਧਾਰਾ ਇਸ ਢੰਗ ਨਾਲ ਬਣਾ ਦਿੱਤੀ ਗਈ ਕਿ ਸਜ਼ਾ ਕਿਸੇ ਨੂੰ ਮਿਲੇ ਹੀ ਨਹੀਂ। ਇਸੇ ਕਰਕੇ ਜਿਹੜਾ ਫਿਰ ਤੋਂ ਲੜਾਈ ਇਹ ਚੱਲ ਰਹੀ ਹੈ। ਪਰ ਇਹ ਲੜਾਈ ਜਿਹੜਾ ਮੈਂ ਕਹਿਣੀ ਚਾਹੁੰਦਾ, ਇਹ ਕੇਵਲ ਬੁੱਧੀਜੀਵੀਆਂ ਜਾਂ ਲੇਖਕਾਂ ਦੀ ਲੜਾਈ ਨਹੀਂ ਹੈ। ਜਿੰਨੀ ਦੇਰ ਤੱਕ ਜ਼ੁਬਾਨ ਦੀ ਲੜਾਈ ਲੋਕਾਂ ਦੀ ਲੜਾਈ ਨਹੀਂ ਬਣਦੀ, ਉਨੀ ਦੇਰ ਤੱਕ ਇਹ ਮਸਲੇ ਹੱਲ ਨਹੀਂ ਹੋਣੇ। ਦੂਜੀ ਗੱਲ, ਲੋਕਾਂ ਦੀ ਲੜਾਈ ਕਿੱਦਾਂ ਬਣੇਗੀ? ਪੋਲੀਟੀਕਲੀ ਇਹਨੂੰ ਯੂਜ਼ ਤਾਂ ਕੀਤਾ ਜਾਂਦਾ, ਵਰਤਿਆ ਤਾਂ ਜਾਂਦਾ ਪੋਲੀਟੀਕਲੀ, ਸਿਆਸੀ ਤੌਰ ਦੇ ਉੱਤੇ ਇਹਦੇ ਬਹੁਤ ਸਾਰੇ ਅਰਥ ਦੇਖ ਸਕਦੇ ਹੋ ਤੁਸੀਂ। ਪਰ ਸਿਆਸਤ ਕਰ ਰਹੀਆਂ ਧਿਰਾਂ ਜਿਹੜੀਆਂ ਆ ਉਹ ਭਾਸ਼ਾ ਨੂੰ ਕਦੇ ਆਪਣੇ ਏਜੰਡੇ 'ਚ ਨਹੀਂ ਲੈ ਕੇ ਆਉਂਦੀਆਂ। ਮਿਸਾਲ ਦੇ ਤੌਰ 'ਤੇ ਅਸੀਂ ਚਿੱਠੀਆਂ ਲਿਖੀਆਂ, ਕੇਂਦਰੀ ਪੰਜਾਬੀ ਲੇਖ ਸਭਾ ਵੱਲੋਂ ਅਸੀਂ ਚਿੱਠੀ ਲਿਖੀ ਪਿਛਲੀਆਂ ਚੋਣਾਂ ਤੋਂ ਪਹਿਲਾਂ ਜਿੰਨੀਆਂ ਵੀ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਇੱਕ ਏਜੰਡੇ ਦੇ ਤੌਰ 'ਤੇ ਤਾਂ ਭਾਸ਼ਾ ਨੂੰ ਸ਼ਾਮਲ ਨਹੀਂ ਕਰ ਰਹੇ, ਪਰ ਘੱਟੋ ਘੱਟ ਚੋਣ ਐਲਾਨਨਾਮੇ 'ਚ ਹੀ ਸ਼ਾਮਲ ਕਰ ਲਓ। ਕਮਿਊਨਿਸਟ ਪਾਰਟੀਆਂ ਤੋਂ ਬਿਨਾਂ ਕਿਸੇ ਵੀ ਪਾਰਟੀ ਨੇ ਜਵਾਬ ਦੇਣਾ ਵੀ ਮੁਨਾਸਬ ਨਹੀਂ ਸਮਝਿਆ। ਜਿੰਨੀ ਦੇਰ ਤੱਕ ਰਾਜਨੀਤਿਕ ਏਜੰਡੇ 'ਤੇ ਭਾਸ਼ਾ ਨਹੀਂ ਆਏਗੀ, ਸਿਆਸੀ ਏਜੰਡੇ 'ਤੇ ਬੋਲੀ 'ਤੇ ਭਾਸ਼ਾ ਨਹੀਂ ਆਏਗੀ, ਉਨੀ ਦੇਰ ਤੱਕ ਇਹ ਲੋਕਾਂ ਦੀ ਲੜਾਈ ਨਹੀਂ ਬਣ ਸਕਦੀ। ਸਿਰਫ ਬੁੱਧੀਜੀਵੀਆਂ ਅਤੇ ਚਿੰਤਕਾਂ ਦੀ ਲੜਾਈ ਬਣ ਕੇ ਰਹਿ ਜਾਏਗੀ ਅਤੇ ਫਿਰ ਇਹ ਜਿੱਤੀ ਨਹੀਂ ਜਾ ਸਕਦੀ। ਕੋਈ ਵੀ ਲੜਾਈ ਜਿੱਤਣ ਵਾਸਤੇ ਤੁਹਾਡੇ ਕੋਲ ਲੋਕ ਚਾਹੀਦੇ ਨੇ, ਉਹ ਲੜਾਈ ਲੋਕ ਹੀ ਲੜਨਗੇ। ਜੇ ਸਿਆਸਤ ਨੇ ਸਥਿਤੀਆਂ ਪੈਦਾ ਕੀਤੀਆਂ ਤਾਂ ਲੋਕ ਸਿਆਸਤ ਹੀ ਉਹਨਾਂ ਸਥਿਤੀਆਂ ਨੂੰ ਬਦਲੇਗੀ। ਇੱਕ ਆਖਰੀ ਸਵਾਲ ਹੈ, ਕਿਉਂਕਿ ਬੜੀ ਇਹ ਵੀ ਚਰਚਾ ਹੈਗੀ ਕਿ ਜਿਹੜੀਆਂ ਵਿਸ਼ਵ ਭਰ ਦੇ ਵਿੱਚ ਜਿਹੜੀਆਂ ਬੋਲੀਆਂ ਅਲੋਪ ਹੋ ਜਾਣੀਆਂ ਅਗਲੇ 50 ਸਾਲਾਂ 'ਚ, ਉਹਨਾਂ 'ਚ ਇੱਕ ਪੰਜਾਬੀ ਵੀ ਹੈਗੀ ਆ।
ਇਹ ਥੋੜਾ ਜਿਹਾ ਭੁਲੇਖਾ ਸੀਗਾ ਜੀ। ਜਦੋਂ ਕੁਲਦੀਪ ਨਈਅਰ ਹੋਰਾਂ ਨੇ ਅੱਜ ਤੋਂ 20 ਸਾਲ ਪਹਿਲਾਂ ਇੱਕ ਆਰਟੀਕਲ ਲਿਖਿਆ ਜਿਹਦੇ ਤੇ ਬੜੀ ਬਾਅਦ 'ਚ ਚਰਚਾ ਹੋਈ, ਹਰ ਥਾਂ ਦੇ ਉੱਤੇ ਗੱਲ ਕਹੀ ਗਈ ਵੀ ਯੂਨੈਸਕੋ ਦੀ ਰਿਪੋਰਟ ਆਈ ਹੈ ਜੀ ਜਿਹੜੀਆਂ ਭਾਸ਼ਾਵਾਂ ਖਤਮ ਹੋ ਰਹੀਆਂ, 50 ਸਾਲਾਂ 'ਚ ਪੰਜਾਬੀ ਵੀ ਖਤਮ ਹੋ ਜਾਣੀ ਹੈ। 20 ਸਾਲ ਪਹਿਲਾਂ ਦੀ ਗੱਲ ਹੈ। ਨਈਅਰ ਸਾਹਿਬ ਨੇ ਇੱਕ ਲਾਈਨ ਕਿਤੇ ਆਰਟੀਕਲ 'ਚੋਂ ਲਿਖ ਦਿੱਤੀ ਸੀ, ਗੱਲ ਇਹ ਨਹੀਂ ਹੈ ਕਿਤੇ ਵੀ ਯੂਨੈਸਕੋ ਦੀ ਕੋਈ ਵੀ ਰਿਪੋਰਟ ਕੱਢ ਕੇ ਲਿਆਓ ਉਹਦੇ 'ਚ ਇਹ ਨਹੀਂ ਹੈ ਵੀ ਪੰਜਾਬੀ ਉਹਨਾਂ 'ਚ ਸ਼ਾਮਲ ਹੈ। ਸਗੋਂ ਮੇਰਾ ਮੰਨਣਾ ਇਹ ਹੈ ਕਿ ਪੰਜਾਬੀ ਜਿਹੜੀ ਹੈ ਉਹ ਖਤਮ ਨਹੀਂ ਹੋ ਸਕਦੀ। 14 ਕਰੋੜ ਲੋਕਾਂ ਦੀ ਬੋਲੀ ਤੇ ਇਹ ਭਾਸ਼ਾ ਆ। ਹਾਂ, ਇਹ ਜ਼ਰੂਰ ਹੈ ਕਿ ਹਰ ਭਾਸ਼ਾ ਵਾਂਗ ਜਿਹੜੀ ਅਮੀਰ ਭਾਸ਼ਾ ਕੋਈ ਹੁੰਦੀ ਹੈ ਉਹ ਹਮੇਸ਼ਾ ਆਪਣੀ ਕਾਇਆ ਬਦਲਦੀ ਹੈ, ਉਹਦਾ ਰੂਪ ਬਦਲਦਾ ਹੈ। ਜਿਹੜੀ ਪੰਜਾਬੀ ਅੱਜ ਤੋਂ 20 ਸਾਲ ਪਹਿਲਾਂ ਸੀ ਉਹ ਪੰਜਾਬੀ ਅੱਜ ਨਹੀਂ ਹੈ। ਜਿਹੜੀ ਪੰਜਾਬੀ ਅੱਜ ਤੋਂ 100 ਸਾਲ ਪਹਿਲਾਂ ਸੀ ਉਹ ਪੰਜਾਬੀ ਅੱਜ ਨਹੀਂ ਹੈ। ਜਿਹੜੀ ਪੰਜਾਬੀ ਅੱਜ ਹੈ ਅੱਜ ਤੋਂ 30-40 ਸਾਲ ਬਾਅਦ ਉਹ ਨਹੀਂ ਰਹਿਣੀ, ਕਿਉਂਕਿ ਜਿੱਦਾਂ ਜਿੱਦਾਂ ਵਿਕਾਸ ਹੁੰਦਾ ਹੈ, ਵਿਕਾਸ ਦੇ ਨਾਲ ਨਾਲ ਕੁਝ ਨਵੀਆਂ ਚੀਜ਼ਾਂ ਆਉਂਦੀਆਂ। ਮੰਨ ਲਓ ਜੇ ਕੰਪਿਊਟਰ ਆ ਗਿਆ, ਉਹ ਕੰਪਿਊਟਰ ਹੀ ਅਸੀਂ ਵਰਤਣਾ ਹੈ। ਮੰਨ ਲਓ ਜੇ ਲੈਪਟਾਪ ਹੈ ਤਾਂ ਲੈਪਟਾਪ ਹੀ ਵਰਤਣਾ। ਸਾਡੇ ਕੋਲ ਪੰਜਾਬੀ ਦੇ ਲਫ਼ਜ਼ ਨਹੀਂ ਹੈ। ਅਸੀਂ ਈਮੇਲ ਨੂੰ ਬਿਜਲ ਪਤਾ ਕਿੱਦਾਂ ਕਰ ਲੈਂਦੇ ਹਾਂ? ਬਿਜਲ ਪਤਾ ਮੂੰਹ 'ਤੇ ਨਹੀਂ ਚੜ੍ਹਦਾ। ਮੈਂ ਕੋਸ਼ਿਸ਼ ਕੀਤੀ ਇੱਕ ਵਾਰੀ ਵੀ ਇਹਨੂੰ ਬਿਜਲ ਪਤਾ ਲਿਖ ਦਿੰਦੇ ਹਾਂ ਈਮੇਲ ਨੂੰ, ਪਰ ਕਿਉਂਕਿ ਈਮੇਲ ਲੋਕ ਜ਼ੁਬਾਨ ਦਾ ਹਿੱਸਾ ਬਣ ਚੁੱਕੀ ਹੈ। ਇੱਦਾਂ ਬਹੁਤ ਸਾਰੇ ਲਫ਼ਜ਼, ਜਾਂ ਜਿੱਦਾਂ ਹੁਣ ਮੈਂ ਲਫ਼ਜ਼ ਕਿਹਾ, ਲਫ਼ਜ਼ ਵੀ ਪੰਜਾਬੀ ਦਾ ਸ਼ਬਦ ਨਹੀਂ ਹੈ। ਇੱਦਾਂ ਹਿੰਦੀ ਦੇ ਨਾਂ 'ਤੇ ਜਿਹੜੀ ਰਾਜਨੀਤੀ ਹੋ ਰਹੀ ਹੈ, ਹਿੰਦੀ ਦਾ ਸ਼ਬਦ ਨਹੀਂ ਹੈ। ਸੋ ਅਲਟੀਮੇਟਲੀ ਬਹੁਤ ਸਾਰੀ ਚੀਜ਼ਾਂ, ਬਹੁਤ ਸਾਰੀ ਬੋਲਦੇ ਆ, ਮੈਂ ਅੰਗਰੇਜ਼ੀ ਦੇ ਸ਼ਬਦ ਵੀ ਬੋਲੇ ਆ। ਇਹ ਉਹ ਸ਼ਬਦ ਨੇ ਜਿਹੜੇ ਸਾਡੀ ਭਾਸ਼ਾ ਨੇ ਸਹਿਜ ਰੂਪ ਦੇ ਵਿੱਚ ਪ੍ਰਵਾਨ ਕਰ ਲਏ। ਜਿਹੜੀ ਵੀ ਭਾਸ਼ਾ ਸਹਿਜ ਰੂਪ ਦੇ ਵਿੱਚ ਨਵੇਂ ਸ਼ਬਦਾਂ ਨੂੰ ਪ੍ਰਵਾਨ ਕਰਦੀ ਆ ਉਹ ਅਮੀਰ ਭਾਸ਼ਾ ਗਿਣੀ ਜਾਂਦੀ ਹੈ। ਪੰਜਾਬੀ ਨਹੀਂ ਮਰਦੀ ਕਿਤੇ ਵੀ, ਪੰਜਾਬੀ ਜਿਉਂ ਰਹੀ ਹੈ। ਪਰ ਪੰਜਾਬੀ ਦਾ ਜਿਹੜਾ ਬੋਲਣ ਦਾ ਲਹਿਜਾ ਆ ਉਹ ਵੱਖ-ਵੱਖ ਥਾਂ 'ਤੇ ਹੁਣ ਸਾਨੂੰ ਵੱਖਰਾ, ਜਿਹੜੀ ਹੁਣ ਸਾਡੇ ਬਰਤਾਨੀਆ ਦੇ ਬੱਚੇ ਜਿਹੜੇ ਨਵੇਂ ਪੰਜਾਬੀ ਬੋਲ ਰਹੇ ਆ, ਬਹੁਤ ਸਾਰੇ ਫਿਲਮਾਂ 'ਚ ਕਰੈਕਟਰ ਵੀ ਤੁਸੀਂ ਦੇਖੇ ਹੋਣੇ, ਉਹ ਵੀ ਪੰਜਾਬੀ ਆ ਪਰ ਉਹਦਾ ਰੂਪ ਬਦਲ ਚੁੱਕਾ। ਉਹ ਉੱਦਾਂ ਦੀ ਹੀ ਪੰਜਾਬੀ ਬੋਲਣਗੇ ਕਿਉਂਕਿ ਉੱਥੋਂ ਨੂੰ ਮਾਹੌਲ ਉਹਨਾਂ ਨੂੰ ਉੱਦਾਂ ਦਾ ਮਿਲ ਰਿਹਾ। ਇੱਦਾਂ ਹੀ ਜਿਹੜੇ ਹੋਰ ਵੱਖ-ਵੱਖ ਥਾਵਾਂ 'ਤੇ ਪੰਜਾਬੀ ਨੇ ਜਾਂ ਵੱਖ-ਵੱਖ ਸੂਬਿਆਂ 'ਚ ਪੰਜਾਬੀ ਨੇ, ਮਤਲਬ ਪੱਛਮੀ ਬੰਗਾਲ ਦਾ ਜਿਹੜਾ ਪੰਜਾਬੀ ਬੋਲੂਗਾ ਉਹਦਾ ਲਹਿਜਾ ਸਾਡੇ ਨਾਲ ਥੋੜ੍ਹਾ ਵੱਖਰਾ ਹੋਏਗਾ। ਈਵਨ ਪੰਜਾਬ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਵੀ ਸਾਡੇ ਕੋਲ ਉਪ ਬੋਲੀਆਂ ਨੇ। ਮਾਝੇ 'ਚ ਹੋਰ ਤਰ੍ਹਾਂ ਪੰਜਾਬੀ ਬੋਲਦੇ ਹਾਂ ਅਸੀਂ, ਮਾਲਵੇ 'ਚ ਹੋਰ ਤਰ੍ਹਾਂ ਬੋਲਦੇ ਹਾਂ, ਪੁਆਧ ਦੀ ਪੰਜਾਬੀ ਸਾਡੀ ਹੋਰ ਹੈ। ਮਤਲਬ ਹੈ ਤਾਂ ਪੰਜਾਬੀ ਹੈ ਨਾ। ਸੋ ਜਿੱਦਾਂ ਮੈਂ ਕਿਹਾ ਕਿ 10 ਕੋਹ ਦੇ ਉੱਤੇ ਜਿਹੜੀ ਹੈ ਭਾਸ਼ਾ ਬਦਲ ਜਾਂਦੀ, ਬੋਲੀ ਬਦਲ ਜਾਂਦੀ ਹੈ। ਦੁਨੀਆ ਭਰ ਦੇ ਵਿੱਚ ਵੀ ਨਵੀਆਂ ਚੀਜ਼ਾਂ ਆਉਣੀਆਂ, ਉਹਨਾਂ ਨਵੀਆਂ ਚੀਜ਼ਾਂ ਦੇ ਨਵੇਂ ਨਾਂ ਆਉਣਗੇ। ਜੇ ਹੁਣ ਖੂਹ ਨਹੀਂ ਰਹੇਗਾ ਤਾਂ ਖੂਹ ਅੱਜ ਤੋਂ 50 ਸਾਲ ਬਾਅਦ ਸਾਡੇ ਬੱਚਿਆਂ ਨੂੰ ਨਹੀਂ ਪਤਾ ਲੱਗਾ। ਈਵਨ ਹੁਣ ਵੀ ਨਵੇਂ ਬੱਚਿਆਂ ਨੂੰ ਨਹੀਂ ਪਤਾ ਵੀ ਖੂਹ ਕੀ ਹੁੰਦਾ, ਹਲਟ ਕੀ ਹੁੰਦਾ, ਟਿੰਡਾਂ ਕੀ ਹੁੰਦੀਆਂ। ਸੋ ਇਹ ਕੋਈ ਚਿੰਤਾ ਦੀ ਗੱਲ ਨਹੀਂ ਹੈ। ਜੇ ਤਰੱਕੀ ਕੀਤੀ ਹੈ, ਤਰੱਕੀ ਦੇ ਨਾਲ ਨਾਲ ਸ਼ਬਦਾਂ ਨੇ ਵੀ ਤਾਂ ਨਵਿਆਂ ਨੇ ਆਉਣਾ ਹੈ ਨਾ। ਨਵੀਆਂ ਚੀਜ਼ਾਂ ਆਉਣਗੀਆਂ, ਨਵੇਂ ਸ਼ਬਦ ਆਉਣਗੇ। ਇਹ ਹੈ ਰੂਪ ਬਦਲਣਾ, ਕਾਇਆ ਬਦਲਣਾ। ਜਿਹੜੀ ਗੁਰੂ ਨਾਨਕ ਸਾਹਿਬ ਦੀ ਪੰਜਾਬੀ ਆ, ਅੱਜ ਅਸੀਂ ਗੁਰਬਾਣੀ ਸੁਣਦੇ ਹਾਂ ਪਰ ਅਸੀਂ ਅੰਤਰੀਵ ਤੱਕ ਨਹੀਂ ਲਿਜਾ ਪਾਉਂਦੇ ਕਿਉਂਕਿ ਸਮਝ ਨਹੀਂ ਆਉਂਦੀ। ਜੇ ਵਿਆਖਿਆ ਕਰਾਂਗੇ ਤਾਂ ਹੀ ਸਮਝ ਆਊਗੀ। ਇਸ ਕਰਕੇ ਜਿਹੜੀ ਅੱਜ ਪੋਇਟਰੀ ਵੀ ਲਿਖੀ ਜਾ ਰਹੀ ਹੈ, ਉਹ ਹੋ ਸਕਦਾ ਜਿਹੜੇ ਨਵੇਂ ਬੱਚੇ ਉਹ ਨਾ ਸਮਝਣ, ਥੋੜ੍ਹੇ ਪੁਰਾਣੇ ਸਮਝ ਸਕਦੇ ਆ। ਆਉਣ ਵਾਲੇ ਸਮੇਂ 'ਚ ਪੋਇਟਰੀ ਦੀ ਵੀ ਰੂਪ ਬਦਲਣਗੇ, ਸਾਡੇ ਜਿਹੜੇ ਗੱਲ ਕਰਨ ਦੇ ਲਹਿਜੇ ਵੀ ਬਦਲਣਗੇ। ਸੋ ਮੇਰਾ ਮੰਨਣਾ ਹੈ ਕਿ ਭਾਸ਼ਾ ਦੀ ਇਹ ਤਰੱਕੀ ਦਾ ਜਾਮਨ ਹੈ, ਨਾ ਕਿ ਭਾਸ਼ਾ ਦੇ ਮਰਨ ਦਾ ਕਾਰਨ ਹੈ। ਸਾਡੇ ਵਾਸਤੇ ਸਮਾਂ ਕਿਹੜਾ ਤੁਹਾਡਾ ਬਹੁਤ ਸ਼ੁਕਰੀਆ, ਮਿਹਰਬਾਨੀ। ਜਿੱਥੋਂ ਤੱਕ ਸੈਂਟਰ ਸਰਕਾਰ ਦਾ ਮਸਲਾ, ਜਿਸ ਤਰ੍ਹਾਂ ਸੈਂਟਰ ਸਰਕਾਰ ਦੀਆਂ ਨੀਤੀਆਂ ਚੱਲ ਰਹੀਆਂ ਉਹ ਤਾਂ ਹੈ ਤੇ ਖਤਰਨਾਕ ਹੈ, ਲੋਕ ਮਹਿਸੂਸ ਕਰਦੇ। ਲੇਕਿਨ ਜਿਹੜਾ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜੰਮੂ ਕਸ਼ਮੀਰ ਦੇ ਵਿੱਚ ਹਮਲਾ ਕੀਤਾ ਗਿਆ, ਉਹ ਵਾਕਈ ਉੱਥੋਂ ਦੇ ਲੋਕਾਂ ਦਾ ਨਹੀਂ, ਜੰਮੂ ਕਸ਼ਮੀਰ ਦਾ ਮਸਲਾ ਨਹੀਂ, ਇਹ 14 ਕਰੋੜ ਉਹਨਾਂ ਪੰਜਾਬੀਆਂ ਦਾ ਮਸਲਾ ਬਣ ਚੁੱਕਾ ਹੈ ਜਿਹੜੇ ਫਕਰ ਨਾਲ ਕਹਿੰਦੇ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, ਨਿਊਜ਼ ਚੰਡੀਗੜ੍ਹ।